ਜੋ ਇਸ ਐਕਟ ਹੈ ਐਸਮਾ ਐਕਟ ਦੇ ਅੰਡਰ ਹੈ ਸਟੇਟ ਗਵਰਨਮੈਂਟ ਹੈਵ ਦੀ ਅਥਾਰਟੀਜ਼ ਸਟੇਟ ਗਵਰਨਮੈਂਟ ਕੋਲੇ ਅਥਾਰਟੀਜ਼ ਨੇ ਜੇ ਕੋਈ ਵੀ ਇਹਨਾਂ ਦੇ ਸਰਕਾਰੀ ਮੁਲਾਜ਼ਮ ਜਿਹੜੇ ਹੈਗੇ ਨੇ ਜੇ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰਾਈਕ ਤੇ ਜਾਂਦੇ ਨੇ ਉਸ ਨੂੰ ਰੋਕਣ ਵਾਸਤੇ ਇਹ ਐਕਟ ਯੂਜ਼ ਕਰਦੇ ਆ ਸਟੇਟ ਗਵਰਨਮੈਂਟ ਹੈਵ ਦੀ ਪਾਵਰ ਟੂ ਸਟਾਪ them ਸੋ ਇਸ ਕਰਕੇ ਇਹ ਐਕਟ ਜਿਹੜਾ ਲੱਗਾ ਇਹ ਸਾਰੇ ਆਫੀਸਰ ਜਿੰਨੇ ਵੀ ਹੈਗੇ ਇਹਦੇ 'ਚ ਰੈਨਿਊ ਜਿਹੜਾ ਡਿਪਾਰਟਮੈਂਟ ਹੈ ਜਾਂ ਫਿਰ ਪਟਵਾਰੀ ਨੇ ਕਾਨੂੰਗੋ ਨੇ ਜਿਹੜੇ ਡੀਸੀ ਆਫਿਸ ਦੇ ਵਿੱਚ EMPLOYEES ਨੇ ਇਹਨਾਂ ਸਾਰੇ ਜਿੰਨੇ ਵੀ ਸਟੇਟ ਗਵਰਨਮੈਂਟ ਦੇ ਥੱਲੇ EMPLOYE ਆਉਂਦੇ ਨੇ ਉਹਨਾਂ ਦੇ ਉੱਤੇ ਇਹ ਲਾਗੂ ਹੁੰਦਾ ਰੋਜ਼ਾਨਾ ਲਾਈਫ 'ਚ ਕੋਈ ਤਕਲੀਫ ਹੁੰਦੀ ਮੰਨ ਲਓ ਕਿ ਪਟਵਾਰੀ ਕੋਲੇ ਲੋਕਾਂ ਨੇ ਕਾਗਜ਼ ਕਢਾਉਣੇ ਆ ਜਾਂ ਆਪਾਂ ਜਿਹੜੇ ਨਾਰਮਲ ਜਿਹੜੇ ਹੁੰਦਾ ਪੇਪਰਸ ਵਰਕ ਹੁੰਦਾ ਜਾਂ ਡੀਸੀ ਆਫਿਸ ਲੋਕਾਂ ਨੂੰ ਕੰਮ ਪੈਂਦੇ ਨੇ ਜਾਂ ਹੋਰ ਆਫੀਸਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਕੰਮ ਪੈਂਦੇ ਨੇ ਉੱਥੇ ਜਾਣ ਨਾਲ ਡਿਪਾਰਟਮੈਂਟ 'ਚ ਜਾਣ ਨਾਲ ਜੇ ਕਿਸੇ ਨੂੰ ਜਿਹੜੀ ਪਬਲਿਕ ਉਹਨਾਂ ਨੂੰ ਕੋਈ ਤਕਲੀਫ ਪਹੁੰਚਦੀ ਹੈ ਇਨਕਨਵੀਨੀਅੰਸ ਪਹੁੰਚਦਾ ਤਾਂ ਉਹਨੂੰ ਰੋਕਣ ਵਾਸਤੇ ਲੋਕਾਂ ਦੇ ਇੰਟਰਸਟ ਵਾਸਤੇ ਇਹ ਐਕਟ ਯੂਜ਼ ਹੁੰਦਾ ਹੈ ਤਾਂ ਕਿ ਲੋਕ ਜਿਹੜੇ ਆਫੀਸਰਸ ਨੇ ਉਹ ਸਟ੍ਰਾਈਕ ਤੇ ਨਾ ਜਾ ਸਕਣ ਔਰ ਉਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਕਿ 6 ਮੰਥ ਦੀ ਜਿਹੜੀ ਕੈਦ ਹੈ ਤੇ ਔਰ ਆਈ ਥਿੰਕ 2000 ਰੁਪਏ ਫਾਈਨ ਵੀ ਹੈ ਇਹਦੇ 'ਚ ਐਸੇ ਦੇਖਣ ਵਾਲੀ ਚੀਜ਼ ਹੈ ਕਿ ਇਹ ਐਕਟ ਲਾਉਣ ਦੀ ਲੋੜ ਕਿਉਂ ਪਈ ਇਹ ਉਹੀ ਸਰਕਾਰ ਹੈ ਜਿਹੜੀ ਇਹ ਵਾਅਦੇ ਕਰਕੇ ਆਈ ਸੀਗੀ ਕਿ ਤੁਹਾਨੂੰ ਅੱਜ ਤੋਂ ਬਾਅਦ ਕਿਸੇ ਆਫਿਸ ਦੇ ਵਿੱਚ ਧਰਨਾ ਨਹੀਂ ਲੱਗੂਗਾ ਡੇ ਬਾਈ ਡੇ ਦੇਖਿਆ ਜਾਵੇ ਜਦੋਂ ਦੀ ਸਰਕਾਰ ਬਣੀ ਹੈ ਕੀ ਹੋ ਰਿਹਾ ਹੋ ਕੀ ਰਿਹਾ ਜਿੰਨੀਆਂ ਜਿਹੜੇ ਮੁਲਾਜ਼ਮਾਂ ਦੀ ਇਹ ਗੱਲਾਂ ਕਰਦੇ ਨੇ ਪਹਿਲਾਂ ਟੀਚਰਸ ਨਾਲ ਇਹਨਾਂ ਨੇ ਡੰਡੇ ਉੱਥੇ ਕੁੱਟਿਆ ਵਿਚਾਰਿਆਂ ਉਹਨਾਂ ਨੂੰ ਮਾਰਿਆ ਗਿਆ ਜਿਨ੍ਹਾਂ ਨੇ ਪੱਕੀਆਂ ਆਪਦੀਆਂ ਮੰਗੀਆਂ ਕਿ ਸਾਨੂੰ ਪੱਕੇ ਕੀਤੇ ਜਾਣ ਉਸ ਤੋਂ ਬਾਅਦ ਉਹ ਟੈਂਕੀਆਂ ਤੇ ਉਹ ਵੀ ਚੜੇ ਜਿਹੜੇ ਆ ਮੁਲਾਜ਼ਮ ਨੇ ਜਿਹੜੇ ਹੁਣ ਕਹਿ ਰਹੇ ਨੇ ਮੈਂ ਕੱਲ ਇੱਕ ਪਟਵਾਰੀ ਇੰਟਰਵਿਊ ਦੇਖ ਰਿਹਾ ਸੀ ਉਹ ਕਹਿੰਦੇ ਸੀ ਕਿ ਜਿਹੜੇ ਸਾਡੀਆਂ ਹਾਇਰ ਪੋਸਟ ਦੀਆਂ ਪੋਸਟਾਂ ਖਾਲੀ ਪਈਆਂ ਨੇ ਅਸੀਂ ਉਹਨਾਂ ਨੂੰ ਫਿਲ ਕਰਨ ਦੀ ਕੋਸ਼ਿਸ਼ ਕਰਾ ਰਹੇ ਹਾਂ ਕਿ ਜਿਹੜੀਆਂ ਥੱਲੜੀਆਂ ਪੋਸਟਾਂ ਨੇ ਉਹਨਾਂ ਨੂੰ ਉੱਪਰ ਭੇਜ ਦਿੱਤਾ ਜਾਵੇ ਤਾਂ ਕਿ ਥੱਲੜੀਆਂ ਪੋਸਟਾਂ ਖਾਲੀ ਹੋਣ ਤੇ ਉਹ ਨਵੀਆਂ ਆ ਜਾਣ ਪਰ ਕਹਿੰਦੇ ਇਹ ਅਸੀਂ ਐਪਲੀਕੇਸ਼ਨ ਬਾਰ-ਬਾਰ ਉਹਨਾਂ ਨੂੰ ਦੇ ਰਹੇ ਹਾਂ ਜਾ ਕੇ ਬਾਰ-ਬਾਰ ਸੀਐਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸੀਐਮ ਸਾਹਿਬ ਸਾਨੂੰ ਹਜੇ ਤੱਕ ਟਾਈਮ ਨਹੀਂ ਦੇ ਰਹੇ ਜਦੋਂ ਇਹ ਸਟ੍ਰਾਈਕਸ ਹੋਈਆਂ ਤੇ ਇਹ ਜਾ ਕੇ ਮੈਂ ਪਿੱਛੇ ਜੇ ਸਾਨੂੰ 2-3 ਵਾਰੀ ਜਦੋਂ ਇਹ ਮੋਰਚਾ ਲੱਗਿਆ ਉਸ ਤੋਂ ਬਾਅਦ ਸਾਨੂੰ ਬਾਪੂ ਸੂਰਜ ਸਿੰਘ ਨਾਲ 3-4 ਵਾਰੀ ਮਿਲਣ ਦਾ ਮੌਕਾ ਵੀ ਮਿਲਿਆ ਉਹਨਾਂ ਨੇ ਸਾਨੂੰ ਪੂਰੀ ਕਹਾਣੀ ਵੀ ਸੁਣਾਈ ਕਿ ਮੇਰੇ ਕੋਲੇ ਆਣ ਕੇ ਮੇਰੇ ਕਹਿੰਦੇ ਹੁੰਦੇ ਕਹਿੰਦੇ ਮੈਂ ਸਰਾਣੇ ਵਾਲੀ ਸਾਈਡ ਤੇ ਬੈਠਾ ਤੇ ਮੇਰੀ ਪੈਨ ਵਾਲੀ ਸਾਈਡ ਤੇ ਬੈਠਾ ਹੁੰਦਾ ਸੀ ਆਣ ਕੇ ਇਹ ਤੇ ਇਹਨੇ ਇਹ ਗੱਲ ਕਰਿਆ ਕਰਨੀ ਕਿ ਬਾਪੂ ਜਿੱਦਣ ਮੇਰੀ ਸਰਕਾਰ ਆ ਗਈ ਜਿੱਦਣ ਮੇਰੇ ਕੋਲੇ ਪਾਵਰ ਆ ਗਈ ਉਦੋਂ ਮੈਂ ਸਭ ਤੋਂ ਪਹਿਲਾਂ ਤੇਰੀ ਗੱਲ ਮੰਨੂਗਾ ਤੇ ਬਾਪੂ ਦੂਜੇ ਨੂੰ ਤੇਰੇ ਕੋਲੇ ਜਿੰਨੇ ਬੰਦੀ ਸਿੰਘ ਨੇ ਸਾਰੇ ਇਸ ਮੰਜੇ ਤੇ ਲਿਆ ਕੇ ਬਿਠਾਇਆ ਕਰੂੰਗਾ ਸਮਰੱਥ ਆਵਾਜ਼ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮੈਂ ਅਮਨਦੀਪ ਸਿੰਘ ਗੜੀ ਪੰਜਾਬ ਦੇ ਵਿੱਚ ਸਰਕਾਰ ਦੇ ਵੱਲੋਂ ਐਸਮਾ ਐਕਟ ਜਿਹੜਾ ਆ ਲਾਗੂ ਕੀਤਾ ਗਿਆ ਆ ਜਿਸ ਦੇ ਨਾਲ ਜਿਹੜਾ ਆ ਸਰਕਾਰੀ ਸੈਕਟਰ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਗਿਆ ਜੇ ਗੱਲ ਕਰ ਲਈਏ ਤਾਂ ਲੋਕ ਜਿਹੜੇ ਆ ਇਹਦੇ ਨਾਲ ਪ੍ਰਭਾਵਿਤ ਹੋਣਗੇ ਜਾਂ ਨਹੀਂ ਹੋਣਗੇ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਤੁਹਾਨੂੰ ਦੇਵਾਂਗੇ ਗੱਲਬਾਤ ਕਰਨ ਲਈ ਸਾਡੇ ਨਾਲ ਐਡਵੋਕੇਟ ਗੁਰਸ਼ਰਨ ਸਿੰਘ ਧਾਲੀਵਾਲ ਜੀ ਮੌਜੂਦ ਨੇ ਧਾਲੀਵਾਲ ਸਾਹਿਬ ਜੇ ਗੱਲ ਕਰ ਲਈਏ ਐਸਮਾ ਐਕਟ ਜਿਹੜਾ ਆ ਇਸ ਵੇਲੇ ਜੇ ਗੱਲ ਕਰ ਲਈਏ ਪੰਜਾਬ ਦੇ ਵਿੱਚ ਲਾਗੂ ਕਰਨ ਦੀ ਕੀ ਲੱਗਦਾ ਕਿ ਕਿਉਂ ਲੋੜ ਪਈ ਆ ਇਹਦੇ ਨਾਲ ਜਿਹੜਾ ਨੁਕਸਾਨ ਜਾਂ ਗੱਲ ਕਰ ਲਈਏ ਕਿ ਇਹਦੇ ਨਾਲ ਪ੍ਰਭਾਵਿਤ ਕਿਹੜੇ ਸੈਕਟਰ ਦੇ ਜਿਹੜੇ ਲੋਕ ਹੋਣਗੇ ਆਮ ਲੋਕ ਵੀ ਪ੍ਰਭਾਵਿਤ ਹੋਣਗੇ ਜਾਂ ਜਿਹੜੇ ਗਵਰਨਮੈਂਟ EMPLOYEES ਆ ਸਿਰਫ ਉਹੀ ਪ੍ਰਭਾਵਿਤ ਹੋਣਗੇ ਜੋ ਇਸ ਐਕਟ ਹੈ ਐਸਮਾ ਐਕਟ ਦੇ ਅੰਡਰ ਸਟੇਟ ਗਵਰਨਮੈਂਟ ਹੈਵ ਦੀ ਅਥਾਰਟੀਜ਼ ਸਟੇਟ ਗਵਰਨਮੈਂਟ ਕੋਲੇ ਅਥਾਰਟੀਜ਼ ਨੇ ਜੇ ਕੋਈ ਵੀ ਇਹਨਾਂ ਦੇ ਸਰਕਾਰੀ ਮੁਲਾਜ਼ਮ ਜਿਹੜੇ ਹੈਗੇ ਨੇ ਜੇ ਉਹ ਕਿਸੇ ਵੀ ਤਰ੍ਹਾਂ ਦੀ ਸਟ੍ਰਾਈਕ ਤੇ ਜਾਂਦੇ ਨੇ ਉਸ ਨੂੰ ਰੋਕਣ ਵਾਸਤੇ ਇਹ ਐਕਟ ਯੂਜ਼ ਕਰਦੇ ਆ ਸਟੇਟ ਗਵਰਨਮੈਂਟ ਹੈਵ ਦੀ ਪਾਵਰ ਟੂ ਸਟਾਪ them ਸੋ ਇਸ ਕਰਕੇ ਇਹ ਐਕਟ ਜਿਹੜਾ ਲੱਗਾ ਇਹ ਸਾਰੇ ਆਫੀਸਰ ਜਿੰਨੇ ਵੀ ਹੈਗੇ ਇਹਦੇ 'ਚ ਰੈਨਿਊ ਜਿਹੜਾ ਡਿਪਾਰਟਮੈਂਟ ਹੈ ਜਾਂ ਫਿਰ ਪਟਵਾਰੀ ਨੇ ਕਾਨੂੰਗੋ ਨੇ ਜਿਹੜੇ ਡੀਸੀ ਆਫਿਸ ਦੇ ਵਿੱਚ EMPLOYEES ਨੇ ਇਹਨਾਂ ਸਾਰੇ ਜਿੰਨੇ ਵੀ ਸਟੇਟ ਗਵਰਨਮੈਂਟ ਦੇ ਥੱਲੇ EMPLOYE ਆਉਂਦੇ ਨੇ ਉਹਨਾਂ ਦੇ ਉੱਤੇ ਇਹ ਲਾਗੂ ਹੁੰਦਾ ਜੀ ਪਰ ਇਹਦੇ ਨਾਲ ਪਬਲਿਕ ਜਿਹੜੀ ਨਾਰਮਲ ਪਬਲਿਕ ਹੈ ਉਹਨਾਂ ਉਸ ਤੇ ਸਟ੍ਰਾਈਕ ਤੇ ਜਾਂਦੇ ਉਹਨਾਂ ਤੇ ਕੋਈ ਅਸਰ ਨਹੀਂ ਹੈ ਇਸ ਐਕਟ ਦਾ ਜੀ ਪਰ ਇਹਨੂੰ ਰੋਕਣ ਵਾਸਤੇ ਜਿਹੜੇ ਪਬਲਿਕ ਇੰਟਰਸਟ ਵਾਸਤੇ ਜੇ ਪਬਲਿਕ ਨੂੰ ਕੋਈ ਇਨਕਨਵੀਨੀਅੰਸ ਹੁੰਦਾ ਹੈ ਉਹਨਾਂ ਨੂੰ ਤਕਲੀਫ ਰੋਜ਼ਾਨਾ ਲਾਈਫ 'ਚ ਕੋਈ ਤਕਲੀਫ ਹੁੰਦੀ ਮੰਨ ਲਓ ਕਿ ਪਟਵਾਰੀ ਕੋਲੇ ਲੋਕਾਂ ਨੇ ਕਾਗਜ਼ ਕਢਾਉਣੇ ਆ ਜਾਂ ਆਪਾਂ ਜਿਹੜੇ ਨਾਰਮਲ ਜਿਹੜੇ ਹੁੰਦਾ ਪੇਪਰਸ ਵਰਕ ਹੁੰਦਾ ਜਾਂ ਡੀਸੀ ਆਫਿਸ ਲੋਕਾਂ ਨੂੰ ਕੰਮ ਪੈਂਦੇ ਨੇ ਜਾਂ ਹੋਰ ਆਫੀਸਰਸ ਜਿਹੜੇ ਹੈਗੇ ਨੇ ਉਹਨਾਂ ਨੂੰ ਕੰਮ ਪੈਂਦੇ ਨੇ ਉੱਥੇ ਜਾਣ ਨਾਲ ਡਿਪਾਰਟਮੈਂਟ 'ਚ ਜਾਣ ਨਾਲ ਜੇ ਕਿਸੇ ਨੂੰ ਜਿਹੜੀ ਪਬਲਿਕ ਉਹਨਾਂ ਨੂੰ ਕੋਈ ਤਕਲੀਫ ਪਹੁੰਚਦੀ ਹੈ ਇਨਕਨਵੀਨੀਅੰਸ ਪਹੁੰਚਦਾ ਤਾਂ ਉਹਨੂੰ ਰੋਕਣ ਵਾਸਤੇ ਲੋਕਾਂ ਦੇ ਇੰਟਰਸਟ ਵਾਸਤੇ ਇਹ ਐਕਟ ਯੂਜ਼ ਹੁੰਦਾ ਹੈ ਤਾਂ ਕਿ ਲੋਕ ਜਿਹੜੇ ਆਫੀਸਰਸ ਨੇ ਉਹ ਸਟ੍ਰਾਈਕ ਤੇ ਨਾ ਜਾ ਸਕਣ ਔਰ ਆਪਦੇ ਜਿਹੜਾ ਉਹਨਾਂ ਦੀ ਡਿਊਟੀਜ਼ ਆ ਉਹ ਡਿਊਟੀ ਕਰਨ ਨਾਰਮਲ ਵੇਜ਼ ਨਾਲ ਜੇ ਉਹ ਫਿਰ ਵੀ ਇਸ 'ਤੇ ਜਾਂਦੇ ਨੇ ਇਨ ਕੇਸ ਫਿਰ ਵੀ ਇਸ ਨੂੰ ਇਵੋਕ ਕਰਦੇ ਨੇ ਮੰਨਦੇ ਨਹੀਂ ਹੈਗੇ ਜੀ ਫਿਰ ਵੀ ਜਾਂਦੇ ਨੇ ਸਟ੍ਰਾਈਕ ਤੇ ਤਾਂ ਉਹਦੇ ਵਿੱਚ ਇਹ ਵੀ ਪ੍ਰੋਵੀਜ਼ਨ ਹੈ ਕਿ 6 ਮੰਥ ਦੀ ਜਿਹੜੀ ਕੈਦ ਹੈ ਤੇ ਔਰ ਆਈ ਥਿੰਕ 2000 ਰੁਪਏ ਫਾਈਨ ਵੀ ਹੈ ਇਹਦੇ 'ਚ ਇਸ ਐਕਟ ਦੇ ਅੰਦਰ ਜੀ ਜੇ ਭਾਜੀ ਗੱਲ ਕਰ ਲਈਏ ਤੁਸੀਂ ਕੌਮੀ ਇਨਸਾਫ ਮੋਰਚੇ ਦੇ ਵੀ ਮੈਂਬਰ ਹੋ
ਇੱਕ ਲੋਕਾਂ ਦੇ ਇੱਕ ਸਮਾਜਿਕ ਹੈ ਨਾ ਤੁਸੀਂ ਫੇਸ ਜੇ ਆਪਾਂ ਗੱਲ ਕਰ ਲਈਏ ਤਾਂ ਤੁਸੀਂ ਕੀ ਸੋਚਦੇ ਕਿ ਇਸ ਵੇਲੇ ਪੰਜਾਬ ਸਰਕਾਰ ਨੂੰ ਕਿੰਨੀ ਕੁ ਜ਼ਰੂਰਤ ਸੀ ਇਸ ਐਕਟ ਨੂੰ ਜਿਹੜਾ ਲਗਾਉਣ ਦੀ? ਦੇਖੋ, ਇਹਦੇ 'ਚ ਸਭ ਤੋਂ ਪਹਿਲਾਂ ਤਾਂ ਇਹ ਚੈੱਕ ਦੇਖਣ ਵਾਲੀ ਚੀਜ਼ ਹੈ ਕਿ ਇਹ ਐਕਟ ਲਾਉਣ ਦੀ ਲੋੜ ਕਿਉਂ ਪਈ। ਇਹ ਉਹੀ ਸਰਕਾਰ ਹੈ ਜਿਹੜੀ ਇਹ ਵਾਅਦੇ ਕਰਕੇ ਆਈ ਸੀਗੀ ਕਿ ਤੁਹਾਨੂੰ ਅੱਜ ਤੋਂ ਬਾਅਦ ਕਿਸੇ ਆਫਿਸ ਦੇ ਵਿੱਚ ਧਰਨਾ ਨਹੀਂ ਲੱਗੂਗਾ, ਕੋਈ ਬੰਦਾ ਸਟ੍ਰਾਈਕ ਤੇ ਨਹੀਂ ਜਾਊਗਾ, ਜਿਹੜੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਹੋਣਗੇ, ਅਧਿਆਪਕਾਂ ਦੇ ਨਾਲ ਇਹ ਪੂਰਾ ਇਨਸਾਫ ਹੋਊਗਾ, ਕਿਸੇ ਨੂੰ ਟੈਂਕੀਆਂ ਤੇ ਚੜ੍ਹਨ ਦੀ ਲੋੜ ਨਹੀਂ ਪੈਣੀ, ਜਾਂ ਕੋਈ ਐਸਾ ਜਿਹੜਾ ਪਬਲਿਕ ਇੰਟਰਸਟ ਦਾ ਪੈਸਾ ਹੈ ਉਹ ਪਬਲਿਕ ਵਾਸਤੇ ਵਰਤਿਆ ਜਾਊਗਾ। ਇਹ ਜਿਹੜੇ ਛੋਟੇ ਛੋਟੇ ਵਾਅਦੇ ਸੀ, ਜਿਹੜੇ ਸਿੱਧੀ ਪਬਲਿਕ ਨੂੰ ਕਹੀਏ ਕਿ ਸਮਝ ਆਉਂਦੇ ਸੀਗੇ, ਲੋਕਾਂ ਨੂੰ ਇੱਕ ਆਸ ਲੱਗੀ ਕਿ ਅਸੀਂ ਇਹ ਜਿਹੜੇ ਵਾਅਦੇ ਸਾਡੇ ਪੂਰੇ ਹੋਣਗੇ। ਜੇ ਇਹ ਗੱਲਾਂ ਜਦੋਂ ਕੀਤੀਆਂ ਜਾਂਦੀਆਂ ਕਿ ਦੱਸੋ ਜਦੋਂ ਸੀਐਮ ਇੱਕ ਲਾਈਨ 'ਚ ਖੜ੍ਹ ਕੇ ਵੋਟਰ ਕਾਰਡ ਬਣਾਇਆ ਕਰੂਗਾ ਜਾਂ ਹੋਰ ਕੰਮ ਕਰਿਆ ਕਰੂਗਾ, ਤਾਂ ਉਹ ਦੇਖੋ ਉਹ ਇੱਕ ਸੁਪਨਾ ਸਜਾਇਆ ਗਿਆ ਲੋਕਾਂ ਦੇ ਮਾਈਂਡ ਦੇ ਵਿੱਚ, ਇੱਕ ਦਿਮਾਗ ਦੇ ਵਿੱਚ, ਤਾਂ ਕਿ ਲੋਕ ਉਸ ਚੀਜ਼ ਨੂੰ ਮਤਲਬ ਸੱਚ ਮੰਨਦੇ ਹੋਏ ਜਿਹੜੀ ਚੀਜ਼ ਨੂੰ ਆਪਾਂ ਦੇਖੀਏ ਕਿ ਵਾਕਈ ਯਾਰ ਸੀਐਮ ਸਾਡੇ ਨਾਲ ਖੜਾ ਹੋਇਆ ਕਰੂਗਾ, ਕਿ ਵਾਕਈ ਸਾਨੂੰ ਸੀਐਮ ਨਾਲ ਇੰਨਾ ਈਜ਼ੀ ਅਸੀਂ ਮਿਲ ਸਕਦੇ ਹਾਂ, ਜਾਂ ਹੋਰ ਮੰਤਰੀ ਨੇ ਜਾਂ ਮਿਨਿਸਟਰਸ ਨੇ ਜਾਂ ਐਮਐਲਏਜ਼ ਨੇ ਜਿਨ੍ਹਾਂ ਨਾਲ ਅਪਰੋਚ ਕਰਨਾ ਬਹੁਤ ਔਖਾ ਹੋ ਜਾਂਦਾ ਕਦੀ ਕਦੀ। ਆਮ ਪਬਲਿਕ ਜਿਹੜੀ ਆ ਉਹ ਮਿਲਣ ਤੱਕ ਛੱਡੋ ਕਿ ਉਹਨਾਂ ਨੂੰ ਇੱਕ ਪਹੁੰਚਣਾ ਫੋਨ ਤੇ ਗੱਲ ਤੱਕ ਨਹੀਂ ਹੁੰਦੀ ਜੇ ਕੋਈ ਕਿਸੇ ਨੂੰ ਪ੍ਰੋਬਲਮਸ ਹੁੰਦੀਆਂ ਸੀਗੀਆਂ। ਸੋ ਲੋਕਾਂ ਨੂੰ ਇੱਕ ਆਸ ਜਗੀ, ਲੋਕਾਂ ਨੇ ਇੱਕ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਅਸੀਂ ਆਮ ਲੋਕਾਂ ਲਈ ਹੈ ਨਾ, ਉਹਨਾਂ ਨੂੰ ਲੈ ਕੇ ਆਇਆ। ਪਰ ਡੇ ਬਾਈ ਡੇ ਦੇਖਿਆ ਜਾਵੇ ਜਦੋਂ ਦੀ ਸਰਕਾਰ ਬਣੀ ਹੈ ਕੀ ਹੋ ਰਿਹਾ, ਹੋ ਕੀ ਰਿਹਾ, ਜਿੰਨੀਆਂ ਜਿਹੜੇ ਮੁਲਾਜ਼ਮਾਂ ਦੀ ਇਹ ਗੱਲਾਂ ਕਰਦੇ ਨੇ, ਪਹਿਲਾਂ ਟੀਚਰਸ ਨਾਲ ਇਹਨਾਂ ਨੇ ਡੰਡੇ ਉੱਥੇ ਕੁੱਟਿਆ ਵਿਚਾਰਿਆਂ, ਉਹਨਾਂ ਨੂੰ ਮਾਰਿਆ ਗਿਆ ਜਿਨ੍ਹਾਂ ਨੇ ਪੱਕੀਆਂ ਆਪਦੀਆਂ ਮੰਗੀਆਂ ਕਿ ਸਾਨੂੰ ਪੱਕੇ ਕੀਤੇ ਜਾਣ। ਉਸ ਤੋਂ ਬਾਅਦ ਉਹ ਟੈਂਕੀਆਂ ਤੇ ਉਹ ਵੀ ਚੜੇ। ਉਸ ਤੋਂ ਬਾਅਦ ਦੇਖਿਆ ਜਾਵੇ ਕਿ ਜਿਹੜੇ ਆ ਮੁਲਾਜ਼ਮ ਨੇ ਜਿਹੜੇ ਹੁਣ ਕਹਿ ਰਹੇ ਨੇ, ਮੈਂ ਕੱਲ ਇੱਕ ਪਟਵਾਰੀ ਸਾਹਿਬ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦੇ ਸੀ ਕਿ ਜਿਹੜੇ ਸਾਡੀਆਂ ਹਾਇਰ ਪੋਸਟ ਦੀਆਂ ਪੋਸਟਾਂ ਖਾਲੀ ਪਈਆਂ ਨੇ, ਅਸੀਂ ਉਹਨਾਂ ਨੂੰ ਫਿਲ ਕਰਨ ਦੀ ਕੋਸ਼ਿਸ਼ ਕਰਾ ਰਹੇ ਹਾਂ ਕਿ ਜਿਹੜੀਆਂ ਥੱਲੜੀਆਂ ਪੋਸਟਾਂ ਨੇ ਉਹਨਾਂ ਨੂੰ ਉੱਪਰ ਭੇਜ ਦਿੱਤਾ ਜਾਵੇ ਤਾਂ ਕਿ ਥੱਲੜੀਆਂ ਪੋਸਟਾਂ ਖਾਲੀ ਹੋਣ ਤੇ ਉਹ ਨਵੀਆਂ ਆ ਜਾਣ। ਪਰ ਕਹਿੰਦੇ ਇਹ ਅਸੀਂ ਐਪਲੀਕੇਸ਼ਨ ਬਾਰ-ਬਾਰ ਉਹਨਾਂ ਨੂੰ ਦੇ ਰਹੇ ਹਾਂ, ਜਾ ਕੇ ਬਾਰ-ਬਾਰ ਸੀਐਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਔਰ ਸੀਐਮ ਸਾਹਿਬ ਸਾਨੂੰ ਹਜੇ ਤੱਕ ਟਾਈਮ ਨਹੀਂ ਦੇ ਰਹੇ। 1.5 ਸਾਲ ਹੋ ਗਿਆ, ਕਹਿੰਦੇ ਸਾਡੇ ਨਾਲ ਹਜੇ ਤੱਕ ਇੱਕ ਵਾਰੀ ਵੀ ਵਾਰਤਾਲਾਪ ਨਹੀਂ ਹੋਈ। ਅਸੀਂ ਆਪਦੀ ਜਿਹੜੀ ਯੂਨੀਅਨ ਆ ਉਹਦੇ ਨਾਲ ਗੱਲ ਕੀਤੀ ਆ, ਉਹਨਾਂ ਨੇ ਬਾਰ-ਬਾਰ ਜਿਹੜਾ ਸੀਐਮ ਸਾਹਿਬ ਨੂੰ ਅਪਰੋਚ ਕੀਤਾ, ਪਰ ਸਟਿਲ ਉਹਨਾਂ ਨੇ ਹਜੇ ਤੱਕ ਸਾਨੂੰ ਟਾਈਮ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਅਸੀਂ ਉਹਨਾਂ ਤੋਂ ਤੰਗ ਆ ਕੇ ਜਿਹੜਾ ਸਾਨੂੰ ਧਰਨੇ ਸਟ੍ਰਾਈਕ ਤੇ ਜਾਣਾ ਪੈ ਰਿਹਾ, ਪੈਨ ਡ੍ਰੌਪਸ ਆ ਜਿਹੜੇ ਹੁੰਦੇ ਆ ਉਹ 'ਤੇ ਜਾਣਾ ਪੈ ਰਿਹਾ, ਜਾਂ ਵੱਖਰੀ ਇਹਨੇ ਸਟ੍ਰਾਈਕਸ ਆ ਉਹਨਾਂ ਨੂੰ ਸਾਨੂੰ ਫੋਲੋ ਕਰਨਾ ਪੈ ਰਿਹਾ। ਅਸੀਂ ਆਪ ਦੀ ਮਰਜ਼ੀ ਨਾਲ ਨਹੀਂ ਕਰ ਰਹੇ, ਅਸੀਂ ਜਿਹੜੇ ਸਟ੍ਰਾਈਕਸ ਆ ਉਹ ਸਾਨੂੰ ਮਜਬੂਰੀ 'ਚ ਕਰਨੀਆਂ ਪੈ ਰਹੀਆਂ। ਜੇ ਅਸੀਂ ਇਹ ਭਰੋਸੇ ਦੇ ਕੇ ਲੋਕਾਂ ਨੂੰ ਆਏ ਸੀਗੇ ਤਾਂ ਫਿਰ ਅਸੀਂ ਉਹਦਾ ਉਲਟ ਕਰ ਕਿਉਂ ਰਹੇ ਹਾਂ, ਫਿਰ ਅਸੀਂ ਉਲਟ ਉਹਨਾਂ ਨਾਲ ਗੱਲ ਕਿਉਂ ਨਹੀਂ ਕਰ ਰਹੇ। ਜਦੋਂ ਸਾਨੂੰ ਇਹ ਸੀਗਾ, ਇੱਕ ਧਰਨੇ ਲੱਗਦੇ ਹੁੰਦੇ ਸੀ ਤਾਂ ਅਸੀਂ ਲੋਕਾਂ ਨੂੰ, ਦੂਸਰੀ ਸਰਕਾਰਾਂ ਨੂੰ ਇਹ ਗੱਲਾਂ ਕਰਦੇ ਹੁੰਦੇ ਸੀਗੇ ਕਿ ਧਰਨਿਆਂ 'ਚ ਲੋਕ ਆਣ ਕੇ ਬੈਠਣ, ਉਹਨਾਂ ਨਾਲ ਗੱਲ ਕਰਨ, ਜਿਹੜੇ ਮਿਨਿਸਟਰਸ ਨੇ ਉਹਨਾਂ ਦੀ ਡਿਊਟੀ ਬਣਦੀ ਆ ਧਰਨਿਆਂ 'ਚ ਬਹਿ ਕੇ ਲੋਕਾਂ ਨਾਲ ਗੱਲ ਕਰੇ ਕਿ ਅਸੀਂ ਤੁਹਾਡੇ ਹੱਲ ਪੂਰੇ ਕਰਦੇ ਹਾਂ, ਤਾਂ ਲੋਕ ਸਟ੍ਰਾਈਕ ਤੇ ਜਾਣ ਹੀ ਨਾ ਜਾਂ ਧਰਨੇ ਲਾਉਣ ਹੀ ਨਾ। ਧਰਨੇ ਅਕਸਰ ਧਰਨੇ ਵੀ ਦੇਖੋ, ਜਿਹੜੇ ਧਰਨੇ ਲੱਗਦੇ ਨੇ ਲੋਕ ਘਰ-ਬਾਰ ਛੱਡ ਕੇ ਸੜਕਾਂ ਤੇ ਉਦੋਂ ਆਉਂਦੇ ਆ ਜਦੋਂ ਉਹਨਾਂ ਦੀਆਂ ਜਿਹੜੇ ਰਾਈਟਸ ਨੇ ਉਹਨਾਂ ਨੂੰ ਭੰਗ ਕੀਤਾ ਜਾਂਦਾ, ਉਹਨਾਂ ਨੂੰ ਮਿਲਦੇ ਨਹੀਂਗੇ। ਅੱਜ ਜਿਹੜਾ ਬੰਦੀ ਸਿੰਘਾਂ ਦਾ ਧਰਨਾ ਲੱਗਾ ਆ, ਕਿੱਡਾ ਦੁਰਭਾਗਿਆ ਗੱਲ ਆ, ਕਿ ਕਿੱਡੀ ਮਾੜੀ ਗੱਲ ਹੈ ਕਿ ਪਿਛਲੇ 32 ਸਾਲਾਂ ਤੋਂ 28 ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਹੋਏ ਨੇ। ਜਹੇਦਾਰ ਸਾਹਿਬ ਦੀਆਂ ਪਿਛਲੇ 25 ਸਾਲ ਤੋਂ ਇੱਕ ਆ, ਔਰ ਇੱਕ 18 ਸਾਲਾਂ ਤੋਂ ਇੱਕ ਐਸੇ ਕੇਸ ਨੇ ਜਿਹੜੇ ਹਜੇ ਤੱਕ ਪੈਂਡਿੰਗ ਚੱਲ ਰਹੇ ਨੇ। ਉਹ ਕੇਸ ਕਿਉਂ ਪੈਂਡਿੰਗ ਚੱਲ ਰਹੇ ਨੇ? ਕਿਉਂਕਿ ਉਹਨਾਂ ਦੇ ਜਿਹੜੇ ਰਾਈਟਸ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਉਹਨਾਂ ਨੂੰ ਪਤਾ ਕਿ ਇਹ ਜੇ ਕੇਸ ਖਤਮ ਹੁੰਦੇ ਆ ਉਹਨਾਂ ਨੂੰ ਪਰੋਲ ਮਿਲਣ ਦੇ ਚਾਂਸਿਸ ਵੱਧਦੇ ਆ, ਉਹਨਾਂ ਦੇ ਬਾਹਰ ਆਉਣ ਦੇ ਚਾਂਸਿਸ ਵੱਧਦੇ ਆ। ਸੋ ਇਸ ਫਾਈਟ ਨੂੰ ਕਰਨ ਵਾਸਤੇ ਜੇ ਉਹਨਾਂ ਦੇ ਰਾਈਟਸ ਹੀ ਮਾਰ ਦਿੱਤੇ ਜਾਣ ਤੇ ਇਹ ਆਪੇ ਅੰਦਰ ਬੈਠੇ ਰਹਿਣ। ਜਿਹੜਾ ਦਿਮਾਗ ਇਹ ਲਾਉਂਦੇ ਹੁੰਦੇ ਸੀ, ਬੰਦੀ ਸਿੰਘਾਂ ਦੀ ਰਿਹਾਈ ਦੀ ਜਦੋਂ ਗੱਲ ਚੱਲਦੀ ਸੀ, ਖਾਲਸਾ ਜੀ ਨੇ ਇਹ ਲਾਇਆ ਜਦੋਂ ਗੁਰਬਖਸ਼ ਸਿੰਘ ਖਾਲਸਾ ਜੀ ਨੇ, ਹਾਂਜੀ, ਉਸ ਤੋਂ ਬਾਅਦ ਬਾਪੂ ਸੂਰਤ ਸਿੰਘ ਨੇ ਲਾਇਆ ਜਦੋਂ ਹੰਗਰ ਸਟ੍ਰਾਈਕ ਤੇ ਗਏ। ਜਦੋਂ ਇਹ ਸਟ੍ਰਾਈਕਸ ਹੋਈਆਂ ਤੇ ਇਹ ਜਾ ਕੇ ਮੈਂ ਪਿੱਛੇ ਜੇ ਸਾਨੂੰ 2-3 ਵਾਰੀ ਜਦੋਂ ਇਹ ਮੋਰਚਾ ਲੱਗਿਆ, ਉਸ ਤੋਂ ਬਾਅਦ ਸਾਨੂੰ ਬਾਪੂ ਸੂਰਤ ਸਿੰਘ ਨਾਲ 3-4 ਵਾਰੀ ਮਿਲਣ ਦਾ ਮੌਕਾ ਵੀ ਮਿਲਿਆ। ਉਹਨਾਂ ਨੇ ਸਾਨੂੰ ਪੂਰੀ ਕਹਾਣੀ ਵੀ ਸੁਣਾਈ ਕਿ ਮੇਰੇ ਕੋਲੇ ਆਣ ਕੇ ਮੇਰੇ ਕਹਿੰਦੇ ਹੁੰਦੇ, ਕਹਿੰਦੇ ਮੈਂ ਸਰਾਣੇ ਵਾਲੀ ਸਾਈਡ ਤੇ ਬੈਠਾ ਤੇ ਮੇਰੀ ਪੈਨ ਵਾਲੀ ਸਾਈਡ ਤੇ ਬੈਠਾ ਹੁੰਦਾ ਸੀ ਆਣ ਕੇ। ਇਹ ਤੇ ਇਹਨੇ ਇਹ ਗੱਲ ਕਰਿਆ ਕਰਨੀ ਕਿ ਬਾਪੂ ਜਿੱਦਣ ਮੇਰੀ ਸਰਕਾਰ ਆ ਗਈ, ਜਿੱਦਣ ਮੇਰੇ ਕੋਲੇ ਪਾਵਰ ਆ ਗਈ,
ਉਦੋਂ ਮੈਂ ਸਭ ਤੋਂ ਪਹਿਲਾਂ ਤੇਰੀ ਗੱਲ ਮੰਨੂਗਾ ਤੇ ਬਾਪੂ ਦੂਜੇ ਨੂੰ ਤੇਰੇ ਕੋਲੇ ਜਿੰਨੇ ਬੰਦੀ ਸਿੰਘ ਨੇ ਸਾਰੇ ਇਸ ਮੰਜੇ ਤੇ ਲਿਆ ਕੇ ਬਿਠਾਇਆ ਕਰੂੰਗਾ। ਅੱਜ ਬਾਪੂ ਸੂਰਜ ਸਿੰਘ ਨੂੰ ਅਸੀਂ ਇੱਕ ਵਾਰੀ ਸਟ੍ਰਾਈਕ ਤੋੜੀ, ਹੰਗਰ ਸਟ੍ਰਾਈਕ ਉਹਨਾਂ ਨੇ ਜਥੇਦਾਰ ਸਾਹਿਬ ਕਹਿਣ ਤੇ ਤੋੜੀ, ਦੂਰੀ ਆ ਰਹੀ ਉਹਨਾਂ ਨੇ ਤੰਗ ਹੋ ਕੇ ਫੇਰ ਰੱਖ ਲਈ, ਪਰ ਇਹ ਦੁਬਾਰਾ ਉਹਨਾਂ ਨੂੰ ਮਿਲਣ ਤੱਕ ਨਹੀਂ ਗਏ। ਕੋਈ ਸੀਐਮ ਇੱਕ ਜਿਹੜਾ ਬਣਦੇ ਨੇ ਉਹਨਾਂ ਦੀ ਡਿਊਟੀਜ਼ ਹੁੰਦੀਆਂ, ਨਾ ਕਿ ਸੀਐਮ ਨੂੰ ਇਹ ਮੰਨ ਲੈਣਾ ਚਾਹੀਦਾ ਕਿ ਹੁਣ ਮੇਰੇ ਥੱਲੇ ਸਰਕਾਰ ਆ ਗਈ ਆ, ਇੱਕ ਸਟੇਟ ਆ ਗਈ ਆ, ਹੁਣ ਜੋ ਮੈਂ ਚਾਹੂੰਗਾ ਉਹ ਕੀਤਾ ਜਾਊਗਾ। ਇੱਕ ਚੀਜ਼ ਪਤਾ ਨਹੀਂ ਲੀਡਰਸ ਭੁੱਲ ਕਿਉਂ ਜਾਂਦੇ ਆ ਕਿ ਹਰ 5 ਸਾਲ ਬਾਅਦ ਇਲੈਕਸ਼ਨ ਦੁਬਾਰਾ ਆਉਂਦੇ ਨੇ। ਜਦੋਂ ਇਲੈਕਸ਼ਨ ਦੁਬਾਰਾ ਆਉਂਦੇ ਆ ਤੇ ਜਿਹਨੂੰ ਗਵਰਨਮੈਂਟ ਜਿਹੜੀ ਹੁੰਦੀ ਹੈ ਰੂਲ ਕਰ ਰਹੀ ਹੁੰਦੀ ਹੈ, ਉਹ ਪਬਲਿਕ ਤੋਂ ਹੀ ਵੋਟਸ ਲੈ ਕੇ ਉੱਪਰ ਆਈ ਹੁੰਦੀ ਹੈ, ਔਰ ਵੋਟਾਂ ਜਿਹੜੀਆਂ ਮਿਲਦੀਆਂ ਹਰ 5 ਸਾਲਾਂ ਬਾਅਦ ਲੋਕਾਂ ਕੋਲੇ ਇੱਕ ਵਾਰੀ ਫਿਰ ਪਾਵਰ ਆਉਂਦੀ ਹੈ ਕਿਹੜੀ ਗਵਰਨਮੈਂਟ ਅਸੀਂ ਦੁਬਾਰਾ ਲੈ ਕੇ ਆਉਣੀ ਹੈ। ਜੇ ਤੁਸੀਂ ਚੰਗਾ ਕਰਦੇ ਹੋ ਤਾਂ ਤੁਹਾਨੂੰ ਦੁਬਾਰਾ ਆਪੇ ਚੁਣਦੇ ਆ, ਜੇ ਤੁਸੀਂ ਚੰਗਾ ਉਸ ਬੰਦੇ ਨਾਲ ਕਰ ਹੀ ਨਹੀਂ, ਉਹ ਪਬਲਿਕ ਇੰਟਰਸਟ ਵਾਸਤੇ ਕਰ ਹੀ ਨਹੀਂ ਰਹੇ, ਉਹ ਫਿਰ ਵੀ ਧਰਨਿਆਂ ਤੇ ਜਾ ਰਹੇ ਨੇ, ਉਹ ਫਿਰ ਵੀ ਸਟ੍ਰਾਈਕਸ ਤੇ ਜਾ ਰਹੇ ਨੇ, ਉਹਨਾਂ ਦੀ ਇੰਪਲੋਇਮੈਂਟ ਖਤਮ ਹੋ ਰਹੀ ਆ, ਜਿਹੜੀਆਂ ਵਾਅਦੇ ਕਰਕੇ ਅਸੀਂ ਪੂਰੇ ਕਰਨ ਵਾਸਤੇ ਆਏ ਸੀਗੇ ਉਹ ਪੂਰੇ ਨਹੀਂ ਹੋ ਰਹੇ, ਤਾਂ ਉਹਨਾਂ ਕੋਲੇ ਫਿਰ ਪਾਵਰ ਹੈਗੀ, ਉਹ ਦੂਜੀ ਹੋਰ ਕਿਤੇ ਰਾਹ ਲੱਭਣਗੇ, ਹੋਰ ਕਿਤੇ ਵੋਟਾਂ ਪਾ ਕੇ ਅਗਲੇ ਉਹਨਾਂ ਨੂੰ ਲੈ ਕੇ ਆਉਣਗੇ। ਸੋ ਇਸ ਕਰਕੇ ਇਹ ਹੰਕਾਰ ਜਿਹੜਾ ਹੈ ਇਹਨੂੰ ਖਤਮ ਕਰ ਦੇਣਾ ਚਾਹੀਦਾ ਹੈ। ਇਹ ਲੋਕਾਂ ਦੇ ਇੰਟਰਸਟ ਵਾਸਤੇ ਬਣੀ ਸੀ, ਉਹਨਾਂ ਦੇ ਲਈ ਹੀ ਕੰਮ ਕਰਨ ਤਾਂ ਕਿ ਲੋਕ ਇਹਨਾਂ ਨੂੰ ਦੁਬਾਰਾ ਚੁਣਨ ਜੇ ਇਹ ਕੰਮ ਕਰਦੇ ਆ, ਨਹੀਂ ਤਾਂ ਫਿਰ ਅੱਗੇ ਜਿਵੇਂ ਬਾਕੀ ਸਰਕਾਰਾਂ ਨਾਲ ਹੋਇਆ ਉਹ ਇਹਨਾਂ ਨਾਲ ਵੀ ਹੋ ਸਕਦਾ। ਪਰ ਭਾਜੀ ਹਾਂ ਬਿਲਕੁਲ, ਜਿਵੇਂ ਆਪਾਂ ਦੇਖ ਲਈਏ ਕਿੰਨੀ ਜੇ ਮੰਦਭਾਗੀ ਗੱਲ ਵੀ ਆਪਾਂ ਕਹਿ ਦਈਏ ਕਿ ਲੋਕਾਂ ਨੇ ਅੰਨਾ ਵਿਸ਼ਵਾਸ ਆਪਾਂ ਕਹਿ ਸਕਦੇ ਹਾਂ ਕਿ ਅੰਨਾ ਵਿਸ਼ਵਾਸ ਕਰਕੇ ਇੱਕ ਰਿਕਾਰਡ ਬਣਾਤਾ ਕਿ 92 ਐਮਐਲਏ ਕਿਸੇ ਸਰਕਾਰ ਨੂੰ ਮਿਲਣੇ, ਪਰ ਫਿਰ ਵੀ ਉਹਦੇ ਬਾਵਜੂਦ ਲੋਕਾਂ ਦੇ ਪੱਖ ਵਿੱਚ ਕੰਮ ਨਾ ਕਰਨਾ, ਜਾਂ ਸਰਕਾਰ ਤੇ ਆਮ ਆਦਮੀ ਪਾਰਟੀ ਹੈ ਤਾਂ ਆਮ ਆਦਮੀ ਪਾਰਟੀ ਵਰਸਜ ਆਮ ਲੋਕ ਹੋ ਗਏ ਹੈ ਨਾ, ਉਹਨਾਂ ਦੇ ਆਪਸ ਵਿੱਚ ਹੋ ਗਿਆ ਕਿ ਲੋਕ ਉਹਨਾਂ ਦੇ ਖਿਲਾਫ ਜਿਹੜੇ ਖੜ ਗਏ। ਤਾਂ ਕੀ ਕਾਰਨ ਕਿੱਥੇ ਲੱਗਦਾ ਕਿ ਸਰਕਾਰ ਕੋਲ ਐਡਾ ਬੜਾ ਮੌਕਾ ਆਉਣ ਦੇ ਬਾਵਜੂਦ ਵੀ ਉਹ ਕਿਉਂ ਨਹੀਂ ਇੱਕ ਚੰਗਾ ਸਟੈਂਡ ਬਣਾ ਪਾਏ, ਜਾਂ ਲੱਗਦਾ ਕਿ ਜਿੰਨੇ ਉਹਨਾਂ ਨੇ ਮੁੱਦੇ ਜਾਂ ਮਸਲੇ ਪੰਜਾਬ ਦੇ ਹੈਗੇ ਉਹ ਸਾਰਿਆਂ ਨੂੰ ਇੱਕਦਮ ਇਕੱਠਿਆਂ ਨੂੰ ਚੱਕ ਲਿਆ ਸੁਲਝਾਉਣ ਦੇ ਲਈ, ਜਾਂ ਲੱਗਦਾ ਕਿ ਉਹਨਾਂ ਨੂੰ ਥੋੜ੍ਹੇ ਕਰਕੇ ਸੁਲਝਾ ਦੇਣੇ ਚਾਹੀਦੇ ਸੀ, ਕਿਤੇ ਨਾ ਕਿਤੇ ਸਰਕਾਰ ਦੇ ਪੈਰ ਟਿਕੇ ਰਹਿੰਦੇ। ਦੇਖੋ ਇੱਕ ਚੀਜ਼ ਨਾ ਜੋ ਸਭ ਤੋਂ ਦੇਸ਼ ਦੇ ਵਿੱਚ ਕਿ ਆਲ ਓਵਰ ਵਰਲਡ ਦੇ ਵਿੱਚ ਜਿਹੜੀ ਦੇਖੀ ਜਾਂਦੀ ਆ, ਤੁਹਾਡਾ ਐਕਸਪੀਰੀਅੰਸ ਤੁਹਾਨੂੰ ਬਹੁਤ ਮੈਟਰ ਕਰਦਾ। ਤੁਸੀਂ ਪਿੰਡ ਦੇ ਸਰਪੰਚ ਜੋ ਬਣਦੇ ਨੇ ਉਹਨਾਂ ਨੂੰ ਇੱਕ ਐਜ਼ ਅ ਮੈਂਬਰ ਜਾਂ ਵਰਕਿੰਗ ਕੋਈ ਕੈਂਡੀਡੇਟ ਹੋਵੇ ਉਹਨੂੰ ਸਰਪੰਚ ਬਣਾਓਗੇ, ਤੁਹਾਡੇ ਪਿੰਡ ਦਾ ਭਲਾ ਕਰੂਗਾ ਜੀ। ਜਾਂ ਤੁਸੀਂ ਸਕੂਲ ਲਾ ਲਓ, ਇੱਕ ਟੀਚਰ ਬਣੂਗਾ, ਟੀਚਰ ਤੋਂ ਬਾਅਦ ਪ੍ਰਿੰਸੀਪਲ ਬਣਨਗੇ, ਹੈਡਮਾਸਟਰ ਬਣੂ, ਉਸ ਤੋਂ ਬਾਅਦ ਪ੍ਰਿੰਸੀਪਲ ਜਿਹੜਾ ਵੀ ਅਥਾਰਟੀ, ਉਹ ਪ੍ਰਿੰਸੀਪਲ ਨੂੰ ਪਤਾ ਹੁੰਦਾ ਕਿ ਥੱਲੇ ਗਰਾਊਂਡ ਲੈਵਲ ਤੇ ਵਰਕ ਹੁੰਦਾ ਕਿਵੇਂ ਹੈ, ਲੋਕਾਂ ਨਾਲ ਗੱਲਬਾਤ ਕਿਵੇਂ ਕਰਨੀ ਹੈ। ਪੰਜਾਬ 'ਚ ਜਿਹੜੀ ਮਾੜੀ ਗੱਲ ਹੋਈ ਆ, ਜੋ ਸਭ ਤੋਂ ਮਾੜੀ ਗੱਲ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਇਹ ਹੋਈ ਆ ਕਿ ਇੱਥੇ ਉਹ ਐਮਐਲਏ ਬਣ ਗਏ ਨੇ ਜਿਨ੍ਹਾਂ ਨੇ ਪਿੰਡ 'ਚ ਕਦੀ ਵੀ ਮਤਲਬ ਮੈਂਬਰ ਦਾ ਇਲੈਕਸ਼ਨ ਨਹੀਂ ਲੜਿਆ ਸੀਗਾ, ਉਹ ਇਲੈਕਸ਼ਨ ਨਹੀਂ ਲੜੇ ਸੀਗੇ, ਉਸ ਤੋਂ ਬਾਅਦ ਉਹ ਸਿੱਧੇ ਐਮਐਲਏ ਬਣ ਗਏ ਨੇ, ਐਮਪੀਜ਼ ਬਣ ਗਏ ਨੇ, ਉਸ ਤੋਂ ਬਾਅਦ ਉਹਨਾਂ ਕੋਲੇ ਮਿਨਿਸਟਰੀਜ਼ ਆ ਗਈਆਂ ਨੇ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਹਾਊ ਟੂ ਟਾਕ ਵਿਦ ਅਦਰ ਲੀਡਰਸ ਆਫ ਦੀ ਅਦਰ ਕੰਟਰੀ ਦਿਸ ਕੰਟਰੀ ਹੈ ਨਾ, ਉਹਨਾਂ ਨੂੰ ਆਪਾਂ ਉਸ ਥਾਂ ਤੇ ਬਿਠਾਤਾ ਲਿਆ ਕੇ ਜਿੱਥੇ ਆਪਾਂ ਇਹ ਚੀਜ਼ਾਂ ਸੋਚੀਆਂ ਹੀ ਨਹੀਂ ਸੀਗੀਆਂ। ਉਹ ਲੋਕਾਂ ਨੇ ਇਸ ਕਰਕੇ ਬਿਠਾਇਆ ਸੀ, ਮੇ ਬੀ ਉਹਨਾਂ ਨੂੰ ਇੱਕ ਐਸਾ ਦੂਰ ਦਾ ਕਹਿੰਦੇ ਹੁੰਦੇ ਕਿ ਰੋਸ਼ਨੀ ਦਿਸ ਰਹੀ ਸੀ, ਇਸ 'ਚ ਆਮ ਬੰਦੇ ਸਾਡੇ ਲਈ ਸਾਡੇ ਨਾਲ ਚੱਲਣਗੇ। ਪਰ ਜਿਹੜੇ ਬੰਦੇ ਪਹਿਲੇ ਦਿਨ ਸਾਈਕਲਾਂ ਤੇ ਆਉਂਦੇ ਸੀਗੇ, ਅੱਜ ਉਹ ਇੰਡੈਵਰਾਂ ਤੇ ਜਾਂ ਫਿਰ ਕੋਈ ਵੱਡੀਆਂ ਗੱਡੀਆਂ ਚੜ੍ਹੀਆਂ ਫਿਰਦੇ ਆ। ਉਹ ਬੰਦੇ ਜਿਹੜੇ ਆ ਕਹਿੰਦੇ ਹੁੰਦੇ ਸੀ ਅਸੀਂ ਆਮ ਤਰ੍ਹਾਂ ਲੋਕਾਂ 'ਚ ਉਵੇਂ ਹੀ ਰਹਿਣਾ, ਉਹ ਕੋਠੀਆਂ 'ਚ ਵੀ ਬਣਾਉਣ ਲੱਗ ਪਏ ਆ। ਉਹਨਾਂ ਕੋਲੇ ਸਾਰਾ ਕੁਝ ਆ ਗਿਆ। ਪਾਵਰ ਜਿਹੜੀ ਆ, ਪਾਵਰ ਮਿਲ ਤਾਂ ਹਰੇਕ ਜਾਂਦੀ ਆ, ਪਰ ਪਾਵਰ ਨੂੰ ਸੰਭਾਲਣਾ ਕਿਵੇਂ ਆ, ਇਹ ਸਭ ਤੋਂ ਵੱਡਾ ਜਿਹੜਾ ਪੁਆਇੰਟ ਹੁੰਦਾ ਕਿ ਪਾਵਰ ਨੂੰ ਯੂਜ਼ ਕਿਵੇਂ ਕਰਨਾ। ਤੁਸੀਂ ਪਿੰਡਾਂ 'ਚ ਜਾ ਕੇ ਇਹ ਗੱਲਾਂ ਕਰ ਰਹੇ ਹੋ ਕਿ ਯਾਰ ਡੀਸੀ ਆਫਿਸ ਦੇ ਵਿੱਚ ਜਾ ਕੇ ਡੀਸੀ ਨੂੰ ਧਮਕਾ ਰਹੇ ਹੋ, ਜਾਂ ਜਿਹੜੇ ਬਾਕੀ ਜਿਵੇਂ ਪੁਲਿਸ ਆਫੀਸਰਸ ਨੇ ਉਹਨਾਂ ਨੂੰ ਧਮਕਾ ਕੇ ਗੱਲ ਕਰ ਰਹੇ ਹੋ। ਇਹ ਭੁੱਲ ਜਾਂਦੇ ਹੋ ਕਿ ਜਿਹੜੇ ਉਹ ਨੇ ਉਹਨਾਂ ਦੀ ਪੱਕਾ ਪਰਮਾਨੈਂਟ ਜੌਬ ਹੈ, ਉਹ ਉਹਨਾਂ ਨੇ 15-20 ਸਾਲ ਲਗਾਤਾਰ ਰਹਿਣਾ ਹੀ ਰਹਿਣਾ, ਔਰ ਉਹਨਾਂ ਦੀ ਪ੍ਰਮੋਸ਼ਨ ਹੁੰਦੀ ਰਹਿਣੀ ਹੈ। ਪਰ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਤੁਹਾਡੀ 5 ਸਾਲਾਂ ਬਾਅਦ ਜੇ ਸਰਕਾਰ ਚਲੇਗੀ, ਮੇ ਬੀ ਇਹ ਆਵੇ ਵੀ ਨਾ, ਉਹਨਾਂ ਕੋਲੇ ਦੁਬਾਰਾ ਫੇਰ ਅਥਾਰਟੀਜ਼ ਹੁੰਦੀਆਂ ਨੇ। ਅੱਜ ਤੁਸੀਂ ਕੁਐਸਚਨ ਅੱਜ ਤੁਹਾਨੂੰ ਜ਼ਰੂਰ ਜੀ ਕਰਕੇ ਤੁਹਾਡੇ ਅੱਗੇ ਪਿੱਛੇ ਤੁਰੇ ਰਹਿਣਗੇ, ਪਰ ਇਨ ਕੇਸ ਜੇ ਤੁਸੀਂ ਨਹੀਂ ਆਏ, ਫਿਰ ਦੇ ਹੈਵ ਦੀ ਪਾਵਰ, ਕਿਸੇ ਟਾਈਮ ਵੀ ਤੁਹਾਨੂੰ ਬੁਲਾ ਕੇ ਆਫਿਸ 'ਚ ਤੁਹਾਡੇ 'ਤੇ ਇਨਕੁਆਇਰੀ ਬੈਠਦੀ ਹੈ, ਔਰ ਤੁਹਾਡੇ ਨਾਲ ਉਹੀ ਗੱਲਾਂ ਕਰਦੇ ਨੇ। ਸੋ ਬਿਹੇਵ ਬਹੁਤ ਜ਼ਰੂਰੀ ਹੈ, ਔਰ ਉਸ ਤੋਂ ਪਹਿਲਾਂ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ। ਜੋ ਅਸੀਂ ਜਿਹੜਾ ਅੰਨਾ ਵਾ ਵੋਟਾਂ ਪਾ ਕੇ ਜਿਹੜੀਆਂ ਜਿਤਾਤਾ ਵਿਦਾਊਟ ਐਨੀ ਐਕਸਪੀਰੀਅੰਸ ਲੋਕਾਂ ਨੂੰ ਬਿਠਾਤਾ, ਇਹ ਚੀਜ਼ ਸਮਝਦੇ ਇਹ ਨਾ ਹੋਵੇ ਕਿ ਆਉਣ ਵਾਲੇ ਪੰਜਾਬ ਦੇ ਦਿਨਾਂ 'ਚ ਇਹ ਗੱਲ ਹੋਵੇ ਕਿ ਜਿੰਨੇ ਚਿਰ 'ਚ ਸਾਨੂੰ ਲੋਕਾਂ ਨੂੰ ਬਦਲਣ ਦਾ ਮੌਕਾ ਮਿਲੇ, ਉਹ ਪੰਜਾਬ ਐਸੀ ਸਿਚੁਏਸ਼ਨ 'ਤੇ ਪਹੁੰਚ ਜੇ
ਕਿ ਸਾਨੂੰ ਦੁਬਾਰਾ ਇੱਥੇ ਆਉਂਦੇ ਹੀ ਹੋਰ 10-15 ਸਾਲ ਲੱਗ ਜਾਣ। ਸੋ ਐਸੇ ਹਾਲਾਤ ਜਿਹੜੇ ਬਣ ਰਹੇ ਨੇ ਦਿਨ ਪਰ ਦਿਨ, ਜਿਹੜੇ ਦੇਖਣ ਨੂੰ ਤਾਂ ਲੱਗ ਨਹੀਂ ਰਹੇ, ਪਰ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਕੀ ਕੁਛ ਇੱਥੇ ਹੋਊਗਾ ਜੀ। ਜਦੋਂ ਅਸੀਂ ਸਾਡਾ ਸੂਬਾ ਹੈ, ਸਾਡਾ ਸੂਬੇ ਦਾ ਸਭ ਤੋਂ ਪਹਿਲਾਂ ਇਹ ਹੱਕ ਬਣਦਾ, ਇਲੈਕਸ਼ਨ ਜਦੋਂ ਖਤਮ ਹੋ ਜਾਂਦਾ ਨਹੀਂ ਉਸ ਤੋਂ ਬਾਅਦ ਅਸੀਂ ਆਮ ਆਦਮੀ ਹੀ ਬਣ ਕੇ ਰਹੀਏ, ਜਾਂ ਲੀਡਰ ਉਹ ਹੁੰਦਾ ਹੈ ਜਿਹੜਾ ਵਕਤ ਦੇ ਨਾਲ ਚੱਲੇ। ਅਸੀਂ ਇੱਥੋਂ ਤੱਕ ਕਿ ਜਿਹੜੇ ਲੋਕ ਸੀਗੇ, ਜਿਹੜੇ ਬਾਕੀ ਸਟੇਟ ਦੇ ਲੀਡਰਸ ਨੇ, ਜਾਂ CM ਕਹਿ ਦਈਏ, ਜਾਂ ਆਪਾਂ ਕਹਿ ਦਈਏ PM ਆ ਜਿਹੜਾ ਦੇਸ਼ ਦੇ, ਜਾਂ ਗਵਰਨਰ ਲੈ ਲਈਏ, ਸਭ ਤੋਂ ਵੱਡਾ ਜੋ ਲੜਾਈ ਚੱਲ ਰਹੀ ਹੈ ਅੱਜ ਕੱਲ੍ਹ, ਜੋ ਬੈਠ ਕੇ ਸਮਝੌਤੇ ਹੋ ਸਕਦੇ ਸੀ, ਜਿਹੜੇ ਆਪਾਂ ਕਹਿ ਦਈਏ ਪ੍ਰੋਬਲਮ ਦਾ ਹੱਲ ਨਿਕਲ ਸਕਦਾ ਸੀ, ਉਹਨੂੰ ਆਪਾਂ ਸੋਸ਼ਲਾਈਜ਼ ਕਰ ਰਹੇ ਹਾਂ। ਉਹਨਾਂ ਨੂੰ ਆਪਾਂ ਐਂ ਗੱਲਾਂ ਕਰ ਰਹੇ ਹਾਂ ਕਿ ਯਾਰ ਤੁਸੀਂ ਚਿੱਠੀ ਭੇਜੀ ਆ, ਮੇਰੇ ਚਿੱਠੀ ਦਾ ਜਵਾਬ ਨਹੀਂ ਹੈਗਾ। ਗਵਰਨਰ ਹੈਵ ਦੀ ਅਥਾਰਟੀ ਯਾਰ, ਕਿ ਜੇ ਤੁਹਾਡਾ ਬਿੱਲ ਨਹੀਂ ਪਾਸ ਕਰਨਾ, ਗਵਰਨਰ ਹੈਵ ਦੀ ਅਥਾਰਟੀ, ਉਹ ਆਪਦੇ ਕੋਲੇ ਰੱਖ ਸਕਦਾ, ਜਿੰਨਾ ਚਿਰ ਮਰਜ਼ੀ ਉਹਦਾ ਮਨ ਕਰੇ ਉਹਨਾਂ ਚਿਰ ਰੱਖ ਸਕਦਾ ਸਟਿਲ। ਪਰ ਉਧਰ ਜਿਵੇਂ ਆਪਾਂ ਕਹਿ ਦਈਏ ਕਿ ਪ੍ਰੈਜ਼ੀਡੈਂਟ ਹੈਵ ਦੀ ਅਥਾਰਟੀ, ਕਿ ਜਿਹੜਾ ਵੀ ਬਿੱਲ ਨਹੀਂ ਪਾਸ ਕਰਨਾ ਉਹ ਆਪਦੇ ਕੋਲ ਰੱਖ ਸਕਦਾ, ਉਹ ਵੀ ਗਵਰਨਰ ਕੋਲੇ ਹੈਗੀਆਂ। ਪਰ ਆਪਾਂ ਆਣ ਕੇ ਲੋਕਾਂ ਨੂੰ ਇਹ ਕਹਿਣਾ ਕਿ ਮੇਰਾ ਗਵਰਨਰ ਬਿੱਲ ਨਹੀਂ ਪਾਸ ਸਕਦਾ, ਧੱਕਾ ਨਹੀਂ ਕਰ ਸਕਦੇ ਆਪਾਂ। ਜੇ ਆਪਾਂ ਉਸੇ ਕਨਸਟੀਟਿਊਸ਼ਨ ਨੂੰ ਮੰਨਦੇ ਹਾਂ ਤਾਂ ਫਿਰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਹੀ ਚੱਲੀਏ। ਪੰਜਾਬ ਨਾਲ ਧੱਕਾ ਹੋ ਰਿਹਾ, ਜੇ ਆਪਾਂ ਕਈ ਵਾਰੀ ਕਹਿੰਦੇ ਹੁੰਦੇ ਆ ਨਾ, ਸਿਆਣੇ ਕਹਿੰਦੇ ਹੁੰਦੇ ਆ, ਜੋ ਕੰਮ ਜ਼ਬਾਨ ਕਰਾ ਜੇ ਉਹ ਕੋਈ ਵੀ ਨਹੀਂ ਕਰਾ ਸਕਦੀ ਹੁੰਦੀ। ਜੇ ਅਸੀਂ ਲੋਕਾਂ ਨਾਲ ਪਿਆਰ ਨਾਲ ਬੋਲਾਂਗੇ, ਜੇ ਦੂਜੇ ਲੀਡਰਸ ਨਾਲ ਪਿਆਰ ਨਾਲ ਬੋਲਾਂਗੇ, ਜਿਵੇਂ ਰਾਜਸਥਾਨ ਆ, ਪਾਣੀ ਨਹੀਂ ਆਇਆ ਸੀਗਾ, ਰਾਜਸਥਾਨ ਨੇ ਨਹਿਰ ਬੰਦ ਕਰਤੀ ਆਪਦੀ ਕਿ ਅਸੀਂ ਪਾਣੀ ਨਹੀਂ ਲੈਣਾ, ਤਾਂ ਅਸੀਂ ਉਹਨਾਂ ਨੂੰ ਗੱਲਾਂ ਕਰਨ ਲੱਗ ਪਏ, ਉਹਨਾਂ ਨਾਲ ਲੜਨ ਲੱਗ ਪਏ। ਹਰਿਆਣੇ ਨਾਲ ਸਾਡੀਆਂ ਪਹਿਲਾਂ ਹੀ ਉਹਦੇ ਨਾਲ ਉਹਨਾਂ CM ਨਾਲ ਬਣਦੀ ਨਹੀਂ ਪਈ, ਉਹ ਅੱਡ ਗੱਲਾਂ ਕਰੀਆਂ। ਇੱਕ ਹੁੰਦਾ ਜਦੋਂ ਅਸੀਂ ਮੁਸੀਬਤ 'ਚ ਆ ਤਾਂ ਸਾਨੂੰ ਉਹਨਾਂ ਨਾਲ ਗੱਲਬਾਤ ਕਰਕੇ ਆਪਦਾ ਜਿਹੜੀ ਸਟੇਟ ਆ ਉਹਨੂੰ ਸੰਭਾਲਣਾ ਚਾਹੀਦਾ, ਆਪਦੀ ਸਟੇਟ ਬਚਾਉਣੀ ਚਾਹੀਦੀ। ਇਹ CM ਦਾ ਹੱਕ ਹੁੰਦਾ, ਇੱਕ CM ਦੀ ਡਿਊਟੀ ਵੀ ਆ। ਪਰ ਅਸੀਂ ਤਾਂ ਉਹਨਾਂ ਨੂੰ ਆਮ ਲੋਕਾਂ ਤਰ੍ਹਾਂ ਗੱਲਾਂ, ਜਿਵੇਂ ਆਮ ਪਿੰਡਾਂ 'ਚ ਕੋਈ ਲੜ ਪੈਣ ਤੇ ਆਪਸ 'ਚ ਇੱਕ ਦੂਜੇ ਨੂੰ ਮਿਹਣੇ ਹੋ ਜਾਂਦਾ, ਉਵੇਂ ਤਾਂ ਅਸੀਂ ਹਰ ਥਾਂ ਤੇ ਮਿਹਣੇ ਹੋ ਜਾਂਦੇ। ਸੋ ਇਹ ਜਿਹੜਾ ਬਿਹੇਵੀਅਰ ਹੈ, ਇਟ ਸ਼ੁੱਡ ਬੀ ਚੇਂਜਡ, ਔਰ ਇਹਨੂੰ ਇੱਕ ਡਿਸਿਪਲਿਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਤਾਂ ਕਿ ਆਪਾਂ ਪੰਜਾਬ ਲਈ ਕੁਝ ਕਰ ਸਕੀਏ। ਬਿਲਕੁਲ ਭਾਈ, ਤੁਸੀਂ ਐਕਸਪੀਰੀਅੰਸ ਦੀ ਗੱਲ ਕੀਤੀ। ਮੇਰੇ ਹਿਸਾਬ ਨਾਲ ਜੇ ਐਕਸਪੀਰੀਅੰਸ ਨਹੀਂ ਹੈਗਾ ਕਿ ਜਿਵੇਂ ਹੁਣ ਕੇਂਦਰ ਤੋਂ ਸੀ ਹੜ੍ਹਾਂ ਨਾਲ ਪ੍ਰਭਾਵਿਤ, ਸਭ ਤੋਂ ਘੱਟ ਪੈਸੇ ਜਿਹੜੇ ਉਹ ਪੰਜਾਬ ਨੂੰ ਆਏ, ਹਾਲਾਂਕਿ ਉਹ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਵੀ ਨਹੀਂ ਹੈਗੇ। ਪੰਜਾਬ ਸਰਕਾਰ ਨੇ ਉਹ ਤੋਂ ਘੱਟ ਜਿਹੜੇ ਆ ਉਹ ਇਸ਼ੂ ਕੀਤੇ ਆ ਨਾ ਪੈਸੇ। ਤਾਂ ਲੱਗਦਾ ਕਿ ਜੇ ਕੇਂਦਰ ਨੇ ਪੂਰੇ ਪੈਸੇ ਨਹੀਂ ਭੇਜੇ, ਉਹ ਕਿਤੇ ਨਾ ਕਿਤੇ ਰਿਲੇਸ਼ਨ ਦੇ ਵਿੱਚ ਕਮੀ ਜਿਹੜੀ ਰਹੀ ਹੈਗੀ ਆ। ਹਾਲਾਂਕਿ ਸਰਕਾਰ ਨੂੰ, ਜਦੋਂ ਸਰਕਾਰ ਦੇ ਵਿੱਚ ਕੋਈ ਨੁਮਾਇੰਦੇ ਆ ਜਾਂਦੇ, ਮੇਰੇ ਹਿਸਾਬ ਨਾਲ ਉਹਨਾਂ ਨੂੰ ਪਾਰਟੀ ਨੂੰ ਛੱਡ ਕੇ ਇੱਕ ਸਰਕਾਰ ਦੇ ਤੌਰ ਤੇ ਦੇਖਣਾ ਚਾਹੀਦਾ, ਇੱਕ ਪੰਜਾਬ ਦੇ ਤੌਰ ਤੇ ਆਪਣੇ ਆਪ ਨੂੰ ਦੇਖਣਾ ਚਾਹੀਦਾ। ਦੇਖੋ, ਜਿਹੜਾ ਰਿਲੇਸ਼ਨ ਹੈ ਇਹ ਬਿਲਡ ਕਰਨ ਵਾਸਤੇ ਵੀ ਤੁਹਾਨੂੰ ਆਪ ਦੀ ਜਿਹੜੀ ਮਤਲਬ ਕਹਿ ਦਈਏ ਕਿ ਜੈਸੇ ਅਸੀਂ ਆਪ ਹੋਵਾਂਗੇ ਵੈਸਾ ਬਿਲਡ ਰਿਲੇਸ਼ਨ ਹੁੰਦਾ। ਜੇ ਅਸੀਂ ਇਲੈਕਸ਼ਨ 'ਚ ਸਾਰੇ ਜਾਣੇ ਇੱਕ ਦੂਜੇ ਦੇ ਟਿੱਪਣੀਆਂ ਕਰਦੇ ਆ, ਉਹ ਰਾਈਟ ਹੈ, ਉਹ ਇਲੈਕਸ਼ਨ ਦਾ ਦੌਰ ਹੁੰਦਾ ਹੈ, ਉਸ ਟਾਈਮ ਸਾਰਿਆਂ ਨੇ ਵੋਟਾਂ ਲੈਣੀਆਂ ਹੁੰਦੀਆਂ, ਹਰੇਕ ਨੇ ਟਿੱਪਣੀ ਕਰਨੀ ਹੁੰਦੀ ਹੈ, ਉਸ ਟਾਈਮ ਕਿਸੇ ਨੂੰ ਕੋਈ ਗੁੱਸਾ ਵੀ ਨਹੀਂ ਹੁੰਦਾ। ਪਰ ਸਿਆਣਾ ਹੁੰਦਾ ਕਿ ਇਲੈਕਸ਼ਨ ਖਤਮ ਹੋਵੇ ਔਰ ਆਪਣੀ ਸਰਕਾਰ ਬਣ ਗਈ ਆ ਤਾਂ ਆਪਦੀ ਸਟੇਟ ਲਈ ਸੋਚੇ। ਜੇ ਸਾਡਾ ਬੈਠ ਕੇ ਪਿਆਰ ਗੱਲ ਕਰਨ ਨਾਲ ਜੇ ਸਟੇਟ ਦਾ ਭਲਾ ਹੁੰਦਾ ਤੇ ਅਸੀਂ ਕਿਉਂ ਨਹੀਂ ਉਸ ਚੀਜ਼ ਨੂੰ ਸੋਚਦੇ। ਉਹ ਚੀਜ਼ ਨੂੰ ਅਸੀਂ ਜਿਹੜਾ PM ਸਾਹਿਬ ਨਾਲ ਜਿਹੜੀ ਬੈਠ ਕੇ ਜਿੰਨਾ ਸਾਨੂੰ ਮਿਲਣਾ ਚਾਹੀਦਾ ਉਹਨਾਂ ਸਾਨੂੰ ਮਿਲ ਨਹੀਂ ਰਿਹਾ। ਮੈਂ ਧੱਕੇ ਨਾਲ ਲਿਆਉਂਗਾ, ਜੇ ਤੁਸੀਂ ਕੋਈ ਗੱਲ ਨਹੀਂ, ਜੇ ਤੁਸੀਂ ਆਓਗੇ ਕੋਈ ਗੱਲ ਨਹੀਂ, ਝੋਨਾ ਆਉਣ ਵਾਲਾ, ਚੌਲ ਤਾਂ ਸਾਡੇ ਤੋਂ ਹੀ ਲੈਣੇ ਆ। ਇਟਸ ਨਾਟ ਕਿ ਸਾਡੇ ਕੋਲੋਂ ਹੀ ਲੈਣੇ ਆ। ਜੇ ਉਹ ਸੈਂਟਰ ਹੈ, ਉਹਨਾਂ ਕੋਲ ਇੰਨੀ ਕੁ ਪਾਵਰ ਹੈਗੀ ਆ ਕਿ ਜੇ ਤੁਸੀਂ ਨਹੀਂ ਵੀ ਦਿਓਗੇ ਹੋਰ ਕਿਤੋਂ ਖਰੀਦ ਲੈਣਗੇ ਆਲ ਓਵਰ ਵਰਲਡ 'ਚ। ਤਾਂ ਜੇ ਤੁਸੀਂ ਤਾਂ ਕਹਤਾ ਸਾਡੇ ਤੋਂ ਲੈਣੇ, ਜੇ ਉਹਨਾਂ ਨੇ ਖਰੀਦੇ ਨਾ ਫਿਰ ਤੁਸੀਂ ਕਿੱਥੇ ਵੇਚੋਗੇ। ਸੋ ਅਸੀਂ ਦੇਣੇ ਤਾਂ ਇਨਡਾਇਰੈਕਟਲੀ ਬਾਹਰ ਹੀ ਕਰਨੇ ਆ ਨਾ, ਕਿ ਇਹ ਤਾਂ ਹੈ ਨਹੀਂ ਕਿ ਅਸੀਂ ਆਪਸ 'ਚ ਵੇਚ ਦਾਂਗੇ ਵੀ ਤੁਹਾਨੂੰ ਦੇ ਦਾਂਗੇ, ਤੁਸੀਂ ਇੱਥੇ ਰੱਖ ਲਓਗੇ। ਪੈਸਾ ਤਾਂ ਗਵਰਨਮੈਂਟ ਨੇ ਦੇਣਾ, ਜਦੋਂ ਵਿਕੂਗਾ ਫੇਰ ਹੀ ਵਾਪਸ ਆਊਗਾ। ਇੰਡੀਆ ਦੇ ਥਰੂ ਹੀ ਸਾਰਾ ਇੰਡੀਆ ਥਰੂ ਹੀ। ਸੋ ਇਸ ਕਰਕੇ ਜਿਹੜਾ ਇਲੈਕਸ਼ਨ ਨੂੰ ਆਪਾਂ ਹਮੇਸ਼ਾ ਮੁੱਦਾ ਬਣਾ ਕੇ ਚੱਲੀ ਜਾਣਾ, ਉਹਨੂੰ ਖਤਮ ਕਰਕੇ ਜਿਹੜਾ ਆਪਾਂ ਕਹਿ ਦਈਏ ਕਿ ਰਿਲੇਸ਼ਨ ਬਿਲਟ ਅਪ ਕਰਨਾ ਉਹ ਬਹੁਤ ਜ਼ਰੂਰੀ ਹੈ। ਜੇ ਤੁਹਾਡਾ ਆਪਸ 'ਚ ਰਿਲੇਸ਼ਨ ਬਿਲਟ ਅਪ ਹੈ ਨਹੀਂਗਾ, ਇਹ ਚੀਜ਼ ਆਪਾਂ ਭੁੱਲ ਜਾਂਦੇ ਹਾਂ ਕਿ ਜੋ ਅਸੀਂ ਬੋਲਦੇ ਹਾਂ ਉਹ ਇੱਕ ਹਿਸਟਰੀ ਬਣ ਰਹੀ ਹੈ ਹੌਲੀ ਹੌਲੀ। ਇਹਨੂੰ ਇਹ ਆਲ ਓਵਰ ਵਰਲਡ ਫੋਲੋ ਕਰਦਾ। ਇਹ ਜਦੋਂ ਇਹ ਚੀਜ਼ਾਂ ਜਿਹੜੀਆਂ ਪਾਵਰ ਲੜਾਈ ਚੱਲ ਰਹੀਆਂ ਨੇ ਅੱਜ, ਗਵਰਨਰ ਨਾਲ ਲੜਾਈ ਚੱਲ ਰਹੀ ਹੈ, ਜਾਂ PM ਨੂੰ ਟਿੱਪਣੀ ਹੁੰਦੀ ਹੈ, ਜਾਂ ਹੋਰ ਸਟੇਟਾਂ ਦੇ CMs ਨੂੰ ਟਿੱਪਣੀ ਹੁੰਦੀਆਂ, ਤੇ ਆਲ ਓਵਰ ਵਰਲਡ ਜਾਂਦੀਆਂ ਕਿ ਯਾਰ ਇਹ ਪੰਜਾਬ ਦਾ ਜਿਹੜਾ CM ਹੈ ਇਹ ਹਰੇਕ ਨੂੰ ਹੀ ਗੱਲਾਂ ਕਰ ਰਿਹਾ, ਇਹ ਇਕੱਲਾ ਹੀ ਸਿਆਣਾ, ਬਾਕੀ ਸਾਰਾ ਮਤਲਬ ਹਿੰਦੁਸਤਾਨ ਪਾਗਲ ਹੋ ਗਿਆ, ਸਾਰਾ ਦੇਸ਼ ਹੀ ਮਤਲਬ ਬੇਵਕੂਫਾਂ ਦਾ, ਬਾਕੀ ਇਹ ਇਕੱਲਾ ਸਿਆਣਾ। ਸੋ ਇਹਨਾਂ ਚੀਜ਼ਾਂ ਨੂੰ, ਜਿਹੜੀਆਂ ਗੱਲਾਂ ਨੇ, ਇਹਨਾਂ ਚੀਜ਼ਾਂ ਨੂੰ ਆਪਾਂ ਮਤਲਬ ਫੋਲੋ ਅਪ ਕਰੀਏ, ਇਹਨਾਂ ਨੂੰ ਇੱਕ ਰਿਲੇਸ਼ਨ ਬਿਲਡ ਕਰੀਏ ਤਾਂ ਕਿ ਆਪਾਂ ਪੰਜਾਬ ਵਾਸਤੇ ਚੰਗਾ ਕਰੀਏ।
ਚੰਗਾ ਕਰਾਂਗੇ ਤਾਂ ਲੋਕ ਆਪੇ ਤੁਹਾਨੂੰ ਚੰਗਾ ਸਮਝਦੇ, ਚੰਗਾ ਸਮਝਣ ਕਰਕੇ ਹੀ ਤੁਹਾਨੂੰ ਵੋਟਾਂ ਪਈਆਂ ਸੀ ਔਰ ਚੰਗਾ ਸਮਝਣ ਕਰਕੇ ਤੁਹਾਡੇ MLA ਇੰਨੇ ਬਣੇ ਸੀਗੇ। ਇਹ ਹਿਸਟਰੀ ਇੱਕ ਕ੍ਰੀਏਟ ਹੋਈ ਸੀ ਉਦੋਂ 92 ਬਣੇ ਸੀ, ਅੱਜ ਤੋਂ ਪਹਿਲਾਂ ਕਦੀ ਨਹੀਂ ਬਣੇ ਜੀ। ਸੋ ਇਸ ਕਰਕੇ ਆਪਾਂ ਨੂੰ ਪੰਜਾਬ ਦੇ ਭਲੇ ਲਈ ਹੀ ਸੋਚਣਾ ਚਾਹੀਦਾ ਜਿੰਨਾ ਵੱਧ ਤੋਂ ਵੱਧ। ਬਿਲਕੁਲ ਜੀ ਭਾਜੀ, ਜਦੋਂ ਸਿਆਸਤ ਹੁੰਦੀ ਆ, ਸਿਆਸਤ ਚਾਹੇ ਦੋ ਪਾਰਟੀਆਂ ਦੀ ਆਪਸ ਵਿੱਚ ਚੱਲੀ ਜਾਵੇ, ਪਰ ਰਗੜ ਮੇਰੇ ਹਿਸਾਬ ਨਾਲ ਆਮ ਲੋਕ ਹੀ ਹੁੰਦੇ ਆ, ਨੁਕਸਾਨ ਆਮ ਲੋਕਾਂ ਨੂੰ ਉਹਦਾ ਝੱਲਣਾ ਪੈਂਦਾ ਹੈ ਨਾ ਜੀ। ਤੇ ਜੇ ਚਲੋ ਇਹ ਸਾਰੀਆਂ ਗੱਲਾਂ ਵੀ ਚੱਲਦੀਆਂ ਰਹਿਣੀਆਂ, ਆਪਾਂ ਇਹਦੇ ਨਾਲ ਜੇ ਮੋਰਚੇ ਦੀ ਗੱਲ ਕਰ ਲਈਏ ਤਾਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਕੇਸ ਦੀ ਕੀ ਅਪਡੇਟ ਹੈ ਜੀ? ਜਹੇਦਾਰ ਸਾਹਿਬ ਦੇ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ 4 ਕੇਸ ਪੈਂਡਿੰਗ ਨੇ, 2 ਚੰਡੀਗੜ੍ਹ ਦੇ ਨੇ, 2 ਆਪਣੇ ਮੋਹਾਲੀ ਦੇ ਨੇ ਜੀ। ਜਿਹੜੇ ਚੰਡੀਗੜ੍ਹ ਦੇ ਉਹਨਾਂ ਦੀ ਨੈਕਸਟ ਡੇਟ 4 ਤੇ 5 ਸਤੰਬਰ ਹੈ ਜੀ। ਇਹਨਾਂ ਦੇ ਚਾਰजेस ਫਰੇਮ ਹੋਣੇ ਇਸ ਤੇ ਵੀ। ਸੋ ਜਿਹੜੇ ਪਿੱਛੇ ਜਿਹੜੀ ਡੇਟ ਸੀਗੀ ਆਈ ਥਿੰਕ 22 ਸੀ ਸ਼ਾਇਦ, ਡੇਟ ਦਿਮਾਗ ਚੋਂ ਨਿਕਲ ਗਈ ਨਾ, ਜਿਹੜੀ ਨੈਕਸਟ ਡੇਟ ਹੈ ਮੋਹਾਲੀ ਦੀ ਉਹ 18 ਤੇ 14 ਤਰੀਕ ਪਾਈ ਹੈ। 18 ਤਰੀਕ ਨੂੰ ਇੱਕ ਅਸੀਂ ਐਪਲੀਕੇਸ਼ਨ ਲਾਈ ਹੋਈ ਆ 267 ਨੰਬਰ, ਜਿਹਦੇ 'ਚ ਅਸੀਂ ਇਸ ਐਪਲੀਕੇਸ਼ਨ ਤੇ ਬਹਿਸ ਹੋਣੀ ਆ, ਜਿਹਦੇ ਵਿੱਚ ਇਹ ਹੈ ਕਿ ਜਿਹੜਾ ਹਾਈ ਕੋਰਟ ਦੇ ਆਰਡਰ ਨੇ ਕਿ ਜਿਹੜਾ ਅਕਿਊਜ਼ਡ ਆ ਉਹ ਵਿਦਿਨ ਜੁਰੀਡਿਕਸ਼ਨ ਹੋਣਾ ਚਾਹੀਦਾ VC ਵਾਸਤੇ ਵੀ। ਅਸੀਂ 267 ਦੀ ਐਪਲੀਕੇਸ਼ਨ ਦੀ ਗੱਲ ਕਰ ਰਹੇ ਹਾਂ ਜੀ। ਜੱਜ ਸਾਹਿਬ ਨੇ ਉਹ ਐਪਲੀਕੇਸ਼ਨ ਪਹਿਲਾਂ ਉਹਨਾਂ ਨੇ ਕਹਿਤਾ ਸਾਨੂੰ ਕਿ ਤੁਸੀਂ VC ਦਿੱਲੀ ਤੋਂ ਹੀ ਕਰਾਓ। ਅਸੀਂ ਉਹਦੇ 'ਚ ਇਹ ਗੱਲ ਕੀਤੀ ਕਿ ਜਿਹੜਾ ਜਿਵੇਂ ਜੋ ਹਾਈ ਕੋਰਟ ਦੀ ਅਥਾਰਟੀਜ਼ ਨੇ ਉਸ ਹਿਸਾਬ ਨਾਲ ਚੱਲੀਏ ਤਾਂ ਸਾਨੂੰ ਅਕਿਊਜ਼ ਨੂੰ ਇੱਥੇ ਲਿਆਉਣਾ ਪੈਣਾ। ਸੋ ਅਸੀਂ ਇਸ ਕਰਕੇ ਜੱਜ ਸਾਹਿਬ ਨੇ ਇਹ PP ਸਾਹਿਬ ਨੂੰ ਕਿਹਾ ਕਿ ਜਿਹੜੀ 18 ਤਰੀਕ ਰੱਖੀ ਹੈ ਕਿ ਬਹਿਸ ਵਾਸਤੇ ਤਿਆਰ ਰਹੋ ਔਰ ਅਸੀਂ ਉਹ ਡਿਸਾਈਡ ਕਰਨੀ ਹੈ ਐਪਲੀਕੇਸ਼ਨ। ਸੋ 18 ਤਰੀਕ ਨੂੰ ਬਹਿਸ ਹੋਊਗੀ, ਉਸ ਤੇ ਡਿਪੈਂਡੈਂਟ ਹੈ, ਉਸ ਤੋਂ ਬਾਅਦ ਚਾਰजेस ਫਰੇਮ ਹੋਣੇ ਚਾਹੀਦੇ ਆ। ਉਹੀ ਗੱਲ ਜਿਹੜੀ ਆਪਾਂ ਕਹਿ ਦਈਏ ਕਿ ਜਿਹੜਾ ਰਾਈਟ ਆ ਅਕਿਊਜ਼ ਦੇ ਵੀ ਵੱਖਰੇ ਵੱਖਰੇ ਰਾਈਟ ਨੇ। ਇੱਕ ਰਿਲੇਸ਼ਨ ਹੁੰਦਾ ਹੈ ਅਕਿਊਜ਼ ਤੇ ਐਡਵੋਕੇਟ ਦੇ ਵਿਚਾਲੇ, ਕੁਛ ਜਿਹੜੀਆਂ ਗੱਲਾਂ ਨੇ ਅਸੀਂ ਕਿਤੇ ਨਹੀਂ ਪੁੱਛ ਸਕਦੇ ਉਹਨਾਂ ਨੂੰ। ਜੇ ਜੱਜ ਸਾਹਿਬ ਸਾਨੂੰ ਇਹ ਵੀ ਗੱਲ ਕਰ ਦੇਣ ਕਿ ਤੁਸੀਂ VC ਤੇ ਪੁੱਛ ਲਓ, ਅਸੀਂ ਨਹੀਂ ਪੁੱਛ ਸਕਦੇ, ਉਹ ਅਕਿਊਜ਼ ਨੂੰ ਨਹੀਂ ਪੁੱਛ, ਅਸੀਂ ਉਹ ਪ੍ਰਾਈਵੇਸੀ ਸਾਡੀ ਜਿਹੜੀ ਹੁੰਦੀ ਹੈ ਉਹ ਅਸੀਂ ਪੁੱਛਣਾ, ਜਿਹੜੀਆਂ ਗੱਲਾਂ ਪੁੱਛਣੀਆਂ ਉਹ ਪ੍ਰਾਈਵੇਸੀ ਵਿੱਚ ਹੀ ਪੁੱਛ ਸਕਦੇ ਹਾਂ। ਸੋ ਜੇ ਜੱਜ ਸਾਹਿਬ ਉੱਥੇ ਹੀ ਪੁੱਛ ਲੈਣ ਕਿ ਦੱਸੋ ਵੀ ਅਸੀਂ ਉਹਨਾਂ ਨੂੰ ਕੀ ਪੁੱਛੀਏ, ਕਿ ਤੁਸੀਂ ਜੇ ਕਿਸੇ ਨੇ ਕੋਈ ਐਕਟ ਕੀਤਾ ਸੀ ਉਹਨੂੰ ਪੁੱਛੀਏ ਵੀ ਤੂੰ ਇਹ ਕੀਤਾ, ਉਹ ਕਹਦੇ ਹਾਂ, ਫਿਰ ਉਹ ਤਾਂ ਮੰਨ ਹੀ ਗਏ। ਇਹ ਟ੍ਰਾਇਲ ਦੇ ਜਿਹੜਾ ਕੰਮ ਹੈ, ਟ੍ਰਾਇਲ ਕੋਰਟ ਦਾ ਕੰਮ ਹੈ, ਉਸ 'ਚ ਡਿਸਾਈਡ ਹੋਣੇ, ਉਹ 'ਚ ਵਿਟਨੈਸਿਸ ਹੋਣੇ, ਉਹ 'ਚ ਕ੍ਰਾਸ ਹੋਣਾ ਹੈ, ਉਸ ਤੋਂ ਬਾਅਦ ਬਹਿਸ ਹੋਣੀ ਹੈ, ਉਸ ਤੋਂ ਬਾਅਦ ਇਹ ਸਾਰਾ ਕੁਝ ਖਤਮ ਹੋਣਾ। ਪਰ ਜੇ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਸਿੱਧਾ ਜੱਜ ਸਾਹਿਬ ਸਾਹਮਣੇ ਬੈਠੇ ਆ, VC ਹੋ ਰਹੀ ਆ, ਤੇ ਅਸੀਂ ਪੁੱਛੀਏ ਕਿ ਹਾਂਜੀ ਤੁਸੀਂ ਕੀਤਾ ਜਾਂ ਨਹੀਂ ਕੀਤਾ ਕੰਮ, ਉੱਥੋਂ ਤੇ ਨਹੀਂ ਖਤਮ ਹੋਣ ਲੱਗੇ ਨਾ। ਜਿੰਨਾ ਚਿਰ ਉਹ ਰਿਲੇਸ਼ਨ ਬਿਲਟ ਨਹੀਂ ਹੁੰਦਾ ਐਡਵੋਕੇਟ ਤੇ ਅਕਿਊਜ਼ ਦੇ ਵਿੱਚ, ਕਲਾਇੰਟ ਦੇ ਵਿੱਚ ਰਿਲੇਸ਼ਨ ਜਿਹੜਾ ਬਿਲਟ ਹੋਣਾ ਉਹ ਬਹੁਤ ਜ਼ਰੂਰੀ ਆ। ਉਸ ਤੋਂ ਬਾਅਦ ਹੀ ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ। ਹੁਣ ਮਰਡਰ ਕੇਸਿਸ ਹੁੰਦੇ ਨੇ, ਮਰਡਰ ਕੇਸਿਸ ਇੱਕ ਮਰਡਰ ਕਰਨਾ ਜਿਹੜਾ 302 ਲੱਗਦੀ ਹੈ, ਇੱਕ ਸੈਲਫ ਡਿਫੈਂਸ ਵਿੱਚ ਮਰਡਰ ਕਰ ਦੇਣਾ, ਉਹਨਾਂ ਦੋਵਾਂ 'ਚ ਫਰਕ ਹੈ, ਉਹਨਾਂ ਦੀ ਸਜ਼ਾ 'ਚ ਵੀ ਫਰਕ ਹੈ। ਹੁਣ ਜਿਹੜਾ ਜਦੋਂ ਆਪਾਂ FIR ਕੱਟੀ ਜਾਂਦੀ ਉਹ ਤਾਂ ਮਰਡਰ ਦੀ ਕੱਟੀ ਗਈ ਨਾ, ਪਰ ਉਹਨੂੰ ਸਬੂਤ ਕਿਵੇਂ ਦੇਣੇ ਆ, ਪੇਸ਼ ਕਿਵੇਂ ਕਰਨਾ ਹੈ, ਉਹਦਾ ਡਿਫੈਂਸ ਕਿਵੇਂ ਕਰਨਾ ਸੀ, ਉਹ ਸਾਰਾ ਟ੍ਰਾਇਲ ਕੋਰਟ ਦਾ ਕੰਮ ਹੈ। ਉਸ ਤੋਂ ਬਾਅਦ ਹੀ ਡਿਸਾਈਡ ਹੋਣਾ। ਪਰ ਉਹ ਜਿੰਨਾ ਚਿਰ ਸਾਡੀ ਕਲਾਇੰਟ ਨਾਲ ਗੱਲ ਨਾ ਹੋਊਗੀ ਉਹਨਾਂ ਚਿਰ ਅਸੀਂ ਉਹਨੂੰ ਦੱਸ ਵੀ ਨਹੀਂ ਸਕਦੇ। ਸੋ ਇਸ ਕਰਕੇ ਜਿਹੜੇ ਉਹਨਾਂ ਦੇ ਰਾਈਟ ਨੇ ਜਹੇਦਾਰ ਸਾਹਿਬ ਦੇ, ਉਹਨਾਂ ਨੂੰ ਕੋਰਟਾਂ ਨੂੰ ਵੀ ਸਮਝਣਾ ਚਾਹੀਦਾ ਔਰ ਸਰਕਾਰਾਂ ਨੂੰ ਵੀ ਸਮਝਣਾ ਚਾਹੀਦਾ ਜੀ। ਸਰਕਾਰਾਂ ਨੂੰ ਆਪ ਚਾਹੀਦਾ ਹੈ ਕਿ ਉਹਨਾਂ ਨੂੰ ਇੱਥੇ ਸ਼ਿਫਟ ਕਰ ਦੇਣਾ ਚਾਹੀਦਾ ਹੈ, ਉਹਨਾਂ ਦੇ ਜਲਦੀ ਕੇਸ ਖਤਮ ਹੋਣੇ ਚਾਹੀਦੇ ਆ। ਜੇ ਤੁਸੀਂ ਇੰਨਾ ਸਟੈਪ ਨਹੀਂ ਲੈ ਸਕਦੇ, ਫਿਰ ਅਸੀਂ ਇਹ ਗੱਲਾਂ ਵੀ ਨਾ ਕਰਦੇ ਕਿ ਅਸੀਂ ਉਹਨਾਂ ਨੂੰ ਬਾਹਰ ਲੈ ਆਉਣਾ ਸੀਗਾ, ਸਾਡੀਆਂ ਸਰਕਾਰਾਂ ਆਉਣ ਤੋਂ ਅਸੀਂ ਬਾਹਰ ਲੈ ਆਵਾਂਗੇ। ਫਿਰ ਉਹ ਝੂਠੇ ਵਾਅਦੇ ਵੀ ਨਾ ਕਰਿਆ ਕਰੀਏ ਅਸੀਂ ਲੋਕਾਂ ਨੂੰ। ਅਸੀਂ ਵਾਅਦੇ ਕਰਕੇ ਉਹ ਬਜ਼ੁਰਗ ਵਿਚਾਰੇ ਜਿਹੜੇ 80-90 ਸਾਲ ਦੇ ਅੱਜ ਭੁੱਖ ਹੜਤਾਲ ਤੇ ਬੈਠੇ, ਅਸੀਂ ਉਹਨਾਂ 'ਤੇ ਹੀ ਤਰਸ ਕਰ ਲਈਏ। ਜੇ ਅਸੀਂ ਉਹਨਾਂ ਨੂੰ ਵਾਅਦੇ ਕਰਕੇ ਉਹਨਾਂ ਦੇ ਪੈਰਾਂ 'ਤੇ ਹੱਥ ਲਾ ਕੇ ਕਹਿ ਦਈਏ ਕਿ ਉਹਨਾਂ ਨੂੰ ਪੈਰ ਹੀ ਘੁੱਟ ਕੇ ਵਾਅਦੇ ਕਰਦੇ ਰਹੇ ਆ, ਉਹਨਾਂ ਇਹ ਬੋਲਦੇ ਰਹੇ ਕਿ ਮੇਰੇ ਲਈ ਅਰਦਾਸ ਕਰਿਓ ਕਿ ਮੈਂ ਅਗਲੀ ਵਾਰੀ ਆਵਾਂ ਤੇ ਮੈਂ ਤੁਹਾਡੀਆਂ ਗੱਲਾਂ ਸਭ ਤੋਂ ਪਹਿਲਾਂ ਸੁਣੂੰਗਾ, ਤੇ ਫਿਰ ਅਸੀਂ ਉਹ ਵਾਅਦੇ ਵੀ ਨਾ ਕਰੀਏ। ਜੇ ਅਸੀਂ ਕੀਤੇ ਆ, ਜੇ ਤੁਹਾਨੂੰ ਮਹਾਰਾਜ ਨੇ ਇੰਨਾ ਦਿੱਤਾ ਹੈ ਕਿ ਤੁਸੀਂ CM ਬਣੇ ਹੋ, ਤਾਂ ਤੁਹਾਡਾ ਆਪਦੇ ਜਿਹੜੇ ਵਾਅਦੇ ਕੀਤੇ ਹੋਏ ਸੀ ਉਹਨਾਂ ਨੂੰ ਪੂਰੇ ਵੀ ਕਰਨੇ ਚਾਹੀਦੇ ਆ ਔਰ ਜਹੇਦਾਰ ਸਾਹਿਬ ਨੂੰ ਇੱਥੇ ਲਿਆਉਣਾ ਚਾਹੀਦਾ ਤਾਂ ਕਿ ਕੇਸ ਜਿਹੜੇ ਇੰਕਲੂਡ ਹੋਣ, ਜਿਹੜੀਆਂ ਸਜ਼ਾ ਫਿਰ ਵੀ ਅੰਦਰ ਜੇਲ੍ਹਾਂ 'ਚ ਬੈਠੇ। ਬਾਕੀ ਬੰਦੀ ਸਿੰਘਾਂ ਦੀ ਗੱਲ ਕਰ ਲਈਏ, ਕਿਸੇ ਨੂੰ ਕੁਛ ਮਿਲ ਰਿਹਾ, ਜੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਆ ਤਾਂ ਉਹਨਾਂ ਦੀ ਰਿਪੋਰਟ ਜਿਹੜੀਆਂ ਨੈਗੇਟਿਵ ਚਲੇ ਜਾਂਦੀਆਂ। ਸੋ ਇਹਨਾਂ ਚੀਜ਼ਾਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਤਾਂ ਕਿ ਜਿਹੜੀਆਂ ਸਜ਼ਾ ਭੁਗਤੇ, ਜਿਹੜਾ ਰਾਈਟ ਹੈ ਸੁਧਰਨ ਦਾ ਰਾਈਟ ਜਿਹਨੂੰ ਆਪਾਂ ਕਹਿ ਦਈਏ, ਮੌਕਾ ਤਾਂ ਹਰੇਕ ਨੂੰ ਮਿਲਣਾ ਚਾਹੀਦਾ। ਨਹੀਂ, ਉਹ ਹਾਲਾਤ ਸੀਗੇ ਜਦੋਂ ਉਹਨਾਂ ਨੇ ਉਹ ਸਟੈਪ ਲਿਆ ਸੀਗਾ, ਉਹ ਹਾਲਾਤ ਖਤਮ ਹੋ ਗਏ ਆ, ਉਹ ਟਾਈਮ ਖਤਮ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਸੁਧਰਨ ਦਾ ਮੌਕਾ ਤਾਂ ਮਿਲਣਾ ਚਾਹੀਦਾ। ਜੇ ਆਪਾਂ ਸਾਰੀ ਇਨਕੁਆਇਰੀ ਦੇਖੀਏ ਫਿਰ ਤਾਂ ਬਹੁਤ ਕੁਝ ਹੋਇਆ ਸੀਗਾ, ਉਹਨਾਂ CM ਨੇ ਵੀ ਬਹੁਤ ਕੁਝ ਕੀਤਾ ਸੀ, ਉਹਨਾਂ ਜਵਾਨਾਂ ਨੂੰ ਮਾਰਤਾ, ਨੌਜਵਾਨ ਵਿਚਾਰੇ ਮਰੇ ਨੇ,
ਜਿਵੇਂ ਕਹਿ ਦਈਏ ਕਿ 2 ਲੱਖ ਤੋਂ ਵੱਧ ਤਾਂ ਨੌਜਵਾਨ ਵਿਚਾਰੇ ਮਾਰਤੇ ਜਿਨ੍ਹਾਂ ਦੇ ਸਿਰ ਤੇ ਪੱਗ ਸੀਗੀ, ਉਹਨਾਂ ਨੂੰ ਮਾਰ ਦਿੰਦੇ ਹੁੰਦੇ ਸੀ, ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਸੀ। ਪਿੱਛੇ ਜੇ ਮੈਂ ਆਪਣੇ ਪਾਲ ਸਿੰਘ ਫਰਾਂਸ ਨੇ ਜੋ ਕਨਵੀਨਰ ਸਾਹਿਬ ਨੇ, ਉਹਨਾਂ ਨਾਲ ਗੱਲ ਹੋਈ ਸੀ, ਕਹਿੰਦੇ ਮੈਨੂੰ UN ਵਿੱਚ ਇੱਕ ਵਾਰੀ ਬੋਲਣ ਦਾ ਮੌਕਾ ਮਿਲਿਆ, ਉਹ ਕਹਿੰਦੇ ਸਿਰਫ ਤੁਹਾਡੇ ਕੋਲ 3 ਮਿੰਟ ਨੇ, ਕਹਿੰਦੇ ਮੈਂ 1.5 ਮਿੰਟ ਲਊਂਗਾ। ਆਂਦੇ ਪੰਜਾਬ 'ਚ ਆਂਦੇ ਹਾਲਾਤ ਪੰਜਾਬ ਦੇ ਉਹਨਾਂ ਨੇ ਡਿਸਕ੍ਰਾਈਬ ਕੀਤਾ, ਕਹਿੰਦੇ ਪੰਜਾਬ 'ਚ ਜੇ ਕਿਸੇ ਵੀ ਆਫੀਸਰ ਨੇ, ਉਸ ਟਾਈਮ ਦੀ ਗੱਲ ਹੈ, ਦੌਰ ਦੀ ਗੱਲ ਹੈ, ਕੋਈ ਵੀ ਸਜ਼ਾ ਜੇ ਆ ਜਿਹੜਾ ਆਪਣਾ ਪਿਸਟਲ ਆ ਜਾਂ ਕੋਈ ਆਪਦਾ ਜਿਹੜਾ ਕੋਈ ਵੀ ਤਰ੍ਹਾਂ ਦਾ ਹਥਿਆਰ ਚੈੱਕ ਕਰਨਾ ਹੈ, ਤਾਂ ਉਹਨਾਂ ਨੂੰ ਜੰਗਲ ਦੇ ਵਿੱਚ ਜਾਂ ਜਾਨਵਰ ਤੇ ਚੈੱਕ ਕਰਨ ਦੀ ਲੋੜ ਨਹੀਂ ਗੀ। ਉਹ ਕਿਸੇ ਪਿੰਡ 'ਚ ਜਾ ਕੇ ਕਿਸੇ ਵੀ ਜਿਹਦੇ ਸਿਰ ਤੇ ਪੱਗ ਬੰਨੀ ਉਹਨੂੰ ਬਾਹਰ ਲਿਆ ਕੇ ਗੋਲੀ 'ਚ ਮਾਰ ਕੇ ਚੈੱਕ ਕਰ ਸਕਦੇ। ਇਹ ਪੰਜਾਬ ਦੇ ਹਾਲਾਤ ਨੇ। ਸੋ ਉਹ ਟਾਈਮ ਹੀ ਐਸਾ ਸੀਗਾ ਜਦੋਂ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਸਰਦਾਰ ਦੇਖਿਆ ਨਹੀਂ ਜਾਂਦਾ, ਲੋਕੀ ਆਪਦੇ ਕੇਸ ਕੱਟ ਰਹੇ ਸੀ, ਉਹਨਾਂ ਨੂੰ ਸ਼ਹੀਦ ਕਰ ਰਹੇ ਕੇਸਾਂ ਨੂੰ। ਸੋ ਇਸ ਕਰਕੇ ਉਹ ਟਾਈਮ ਦੇ ਜਿਹੜਾ ਸਟੈਪ ਲਿਆ ਗਿਆ, ਉਹਨਾਂ ਨੂੰ ਸੁਧਰਨ ਦਾ ਮੌਕਾ ਵੀ ਮਿਲਿਆ। ਅੱਜ ਤੁਸੀਂ ਉਹਨਾਂ ਨਾਲ ਬੈਠ ਕੇ ਗੱਲ ਤਾਂ ਕਰੋ, ਕੀ ਪਤਾ ਉਹਨਾਂ ਦੀ ਸੋਚ ਹੀ ਕੋਈ ਵੱਖਰੀ ਹੋਵੇ। ਅਸੀਂ ਬੈਠ ਕੇ ਗੱਲ ਕਰਦੇ ਹਾਂ, ਉਹਨਾਂ ਦੀ ਸੋਚ ਇਹ ਆ ਕਿ ਪੰਜਾਬ 'ਚ ਚੰਗੇ ਸਕੂਲ ਹੋਣ, ਪੰਜਾਬ 'ਚ ਚੰਗੇ ਕਾਲਜ ਬਣਨ, ਪੰਜਾਬ 'ਚ ਨਸ਼ਾ ਮੁਕਤ ਹੋਵੇ, ਔਰ ਪੰਜਾਬ 'ਚ ਲੋਕ ਜਿਹੜੇ ਬਾਹਰ ਜਾ ਰਹੇ ਨੇ, ਬੱਚੇ ਜਿਹੜੇ ਬਾਹਰ ਜਾ ਰਹੇ ਨੇ, ਉਹਨਾਂ ਨੂੰ ਇੱਥੇ ਰਹਿਣਾ ਚਾਹੀਦਾ, ਉਹਨਾਂ ਨੂੰ ਇੱਥੇ ਪੜ੍ਹਨਾ ਚਾਹੀਦਾ। ਇਹ ਉਹਨਾਂ ਦੀ ਸੋਚ ਹੈ ਕਿ ਪੰਜਾਬ 'ਚ ਜਿਹੜਾ ਬਾਹਰ ਲੋਕ ਆਣ ਕੇ ਆਪਦੀ ਜਿਵੇਂ ਕਹਿ ਦਈਏ ਕਿ ਜਿਹੜੀ ਇੱਥੋਂ ਦੀ ਜਿਹੜੀ ਸਹੀ ਪਾਪੂਲੇਸ਼ਨ ਆ ਉਹ ਖਤਮ ਹੋ ਰਹੀ ਹੈ ਦਿਨ ਬਰ ਦਿਨ। ਲੋਕ ਆਪਾਂ ਨੂੰ ਆਪਣੇ ਬੱਚਿਆਂ ਦਾ ਅੱਜ ਕੱਲ੍ਹ ਸਟੱਡੀ 'ਚ ਧਿਆਨ ਕਿਉਂ ਨਹੀਂ ਜਾ ਰਿਹਾ? ਕਿਉਂਕਿ ਲੋਕਾਂ ਨੂੰ ਮਾਂ ਪਿਓ ਨੂੰ ਇੱਕ ਡਰ ਬੈਠ ਗਿਆ, ਯਾਰ ਮੇਰਾ ਬੱਚਾ ਇੱਥੇ ਨਹੀਂ ਰਹਿਣਾ ਚਾਹੀਦਾ, ਮੇਰਾ ਬੱਚਾ ਬਾਹਰ ਜਾਣਾ ਚਾਹੀਦਾ। ਉਹਨਾਂ ਨੇ ਪੜ੍ਹਾਈ ਛੱਡਤੀ, ਬੱਚੇ ਪੜ੍ਹਦੇ ਹੀ ਨਹੀਂ ਗਏ। ਜਦੋਂ ਉਹਨਾਂ ਨੂੰ 7th 8th 'ਚ ਹੁੰਦੇ ਉਦੋਂ ਹੀ ਕਹਿ ਦਿੰਦੇ ਆ ਤੇ ਬਾਹਰ ਭੇਜਣਾ ਤੁਹਾਨੂੰ। ਸੋ ਬੱਚੇ ਸਟੱਡੀ ਉਸ ਟਾਈਮ ਹੀ ਛੱਡ ਦਿੰਦੇ ਆ। ਪਰ ਉਹਨਾਂ ਨੇ ਕਹਿਣਾ ਕਿਉਂ ਪੈਂਦਾ? ਕਿਉਂਕਿ ਉਹਨਾਂ ਨੂੰ ਆਸ ਹੈ ਨਹੀਂ ਕਿ ਸਾਨੂੰ ਪੰਜਾਬ 'ਚ ਰਹਿ ਕੇ ਸਾਡੇ ਬੱਚਿਆਂ ਨੂੰ ਇੱਕ ਚੰਗਾ ਜਿਹੜਾ ਜੀਵਨ ਆ ਉਹ ਮਿਲੂਗਾ ਕਿ ਨਹੀਂ ਮਿਲੂਗਾ। ਇਸ ਕਰਕੇ ਉਹ ਡਰਦੇ ਹੀ ਆਪਦੇ ਬੱਚਿਆਂ ਨੂੰ ਬਾਹਰ ਭੇਜ ਰਹੇ। ਪਰ ਉਹੀ ਜਥੇਦਾਰ ਸਾਹਿਬ ਦੀ ਸੋਚ ਹੈ ਕਿ ਉਹ ਇੱਕ ਪੰਜਾਬ ਨੂੰ ਚੰਗਾ, ਜੈਸਾ ਪੰਜਾਬ ਵਾਕਈ ਦੁਨੀਆ ਦੇਖਦਾ ਚਾਹੁੰਦੀ ਸੀਗੀ, ਜੋ ਹੁੰਦਾ ਸੀਗਾ ਉਹਨੂੰ ਲਿਆਉਣਾ ਚਾਹੁੰਦੇ ਸੀਗੇ, ਉਹਨਾਂ ਨੂੰ ਵੈਸਾ ਲਿਆਉਣਾ ਚਾਹੁੰਦੇ ਆ। ਔਰ ਇੱਕ ਚੰਗੇ ਸਪੋਰਟਸਮੈਨ ਸੀਗੇ, ਉਹਨਾਂ ਨਾਲ ਸਪੋਰਟਸ 'ਚ ਬਹੁਤ ਵਧੀਆ ਧਿਆਨ ਆ ਜਿਹੜਾ। ਉਹ ਕਹਿੰਦੇ ਕਿ ਗੇਮਸ ਨੂੰ ਚੰਗਾ ਪ੍ਰਮੋਟ ਕਰਨਾ ਚਾਹੀਦਾ। ਪਰ ਡਰ ਇਹ ਨਹੀਂ ਗਾ ਸਰਕਾਰਾਂ ਨੂੰ ਤੇ ਲੋਕਾਂ ਨੂੰ, ਡਰ ਇਹ ਨਹੀਂ ਗਾ ਕਿ ਉਹ ਬਾਹਰ ਆਉਣਗੇ, ਕੋਈ ਬਲਾਸਟ ਕਰ ਦੇਣਗੇ ਜਾਂ ਦੁਬਾਰਾ ਕੋਈ ਐਸੀ ਐਕਟੀਵਿਟੀ ਕਰ ਦੇਣਗੇ। ਡਰ ਇਹ ਨਹੀਂ ਗਾ, ਨੌਜਵਾਨੀ ਬਾਜੋ। ਲੋਕਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਜਿੱਦਣ ਉਹ ਬਾਹਰ ਆ ਗਏ, ਇਸ ਸਟੇਟ 'ਚ ਨਸ਼ਾ ਬੰਦ ਹੋ ਜਾਊਗਾ। ਜਿਹੜਾ ਚੰਗਾ SGPC ਦਾ ਜਿਹੜਾ ਸਹੀ ਬਜਟ ਆ ਉਹ ਸਹੀ ਥਾਂ ਤੇ ਲੱਗਣਾ ਸ਼ੁਰੂ ਹੋ ਜਾਊਗਾ। ਜਿਹੜੇ ਖਾਣ ਵਾਲੇ ਨੇ ਜੋ ਅੱਜ ਆਪਦੇ ਘਰ ਭਰ ਰਹੇ ਨੇ, ਉਹਨਾਂ ਦੇ ਘਰ ਬੰਦ ਹੋ ਜਾਣਗੇ, ਉਹਨਾਂ ਦੇ ਘਰੇ ਪੈਸਾ ਜਾਣਾ ਬੰਦ ਹੋ ਜਾਊਗਾ। ਇਹ 'ਚ ਸਭ ਤੋਂ ਵੱਡਾ ਇੱਕ ਚੀਜ਼ ਦੇਖੋ, ਆਪਾਂ ਪੰਜਾਬ ਸਾਰੇ 'ਚ ਘੁੰਮਦੇ ਆ, ਬੈਲਟ ਤੱਕ ਨਹੀਂ ਲਾਉਂਦੇ, ਸੀਟ ਬੈਲਟ ਨਹੀਂ ਲਾਉਂਦੇ ਗੱਡੀ ਦੀ। ਚੰਡੀਗੜ੍ਹ ਐਂਟਰ ਨਹੀਂ ਹੁੰਦੇ, ਬਾਰਡਰ ਤੇ ਲਾ ਲੈਂਦੇ ਯਾਰ, ਅੱਗੇ ਅੱਗੇ ਚਲਾਨ ਹੋ ਜਾਊਗਾ। ਉਹ ਕਿਉਂ? ਉਹ ਡਰ ਆ। ਇੱਕ ਤੇ ਇੱਥੇ ਡਿਸਿਪਲਿਨ ਆ। ਇਹਨਾਂ ਜਿਹੜੇ ਲੀਡਰਸ ਨੇ, ਇਹਨਾਂ ਦੇ ਮਨ 'ਚੋਂ ਡਰ ਆ ਕਿ ਜੇ ਉਹ ਬਾਹਰ ਆਉਂਦੇ ਨੇ ਤੇ ਸਾਡਾ ਜਿਹੜਾ ਸਾਰਾ ਕਾਰੋਬਾਰ ਆ ਇਹ ਠੱਪ ਹੋ ਜਾਊਗਾ। ਇਹ ਲੋਕਾਂ ਨੂੰ ਸਮਝਣਾ ਚਾਹੀਦਾ। ਜੇ ਤੁਸੀਂ ਵਾਕਈ ਜਥੇਦਾਰ ਸਾਹਿਬ ਨੂੰ ਜਵਾਨੀ ਬਚਾਉਂਦੇ ਹੋ, ਆਪਦੇ ਬੱਚਿਆਂ ਦੀ ਜਵਾਨੀ ਬਚਾਉਣਾ ਚਾਹੁੰਦੇ ਹੋ, ਤਾਂ ਜਥੇਦਾਰ ਸਾਹਿਬ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰੋ, ਆਪਦੇ ਘਰਾਂ 'ਚੋਂ ਨਿਕਲੋ ਤਾਂ ਕਿ ਉਹਨਾਂ ਲਈ ਲੜੋ। ਅਸੀਂ ਇਹ ਨਹੀਂ ਕਹਿ ਰਹੇ ਕਿ ਆਣ ਕੇ ਇੱਥੇ ਆਪਾਂ ਡਾਂਗਾ ਚੱਕਣੀਆਂ, ਸਿਰਫ ਸਿਰ ਜੋੜਨ ਦੀ ਗੱਲ ਕਰਦੇ ਹਾਂ। ਜਿਹੜੇ ਹਮੇਸ਼ਾ ਸਿਰ ਜੋੜੋ ਤੇ ਉਹਦੇ ਨਾਲ ਇੱਕ ਜਿਹੜੀ ਸਟਰੈਂਥ ਆ ਉਹ ਪੈਦਾ ਹੁੰਦੀ ਹੈ। ਜਿੱਦਣ ਮੈਂ ਬਾਰ-ਬਾਰ ਇੱਕ ਥਾਂ ਤੇ ਕਈ ਵਾਰੀ ਇਹ ਗੱਲ ਕਰਦਾ ਨਾ, ਜਦੋਂ ਅਸੀਂ ਜਥੇਦਾਰ ਸਾਹਿਬ ਨੂੰ ਜਥੇਦਾਰ ਥਾਪਿਆ ਸੀਗਾ, ਕਹਿੰਦੇ ਕਿ ਉੱਥੇ 7 ਤੋਂ 10 ਲੱਖ ਬੰਦੇ ਦਾ ਇਕੱਠ ਹੋਇਆ ਔਰ 15 ਤੋਂ 20 ਮਿੰਟ ਤੱਕ ਜਥੇਦਾਰ ਸਾਹਿਬ ਦੇ ਜਕਾਰੇ ਲੱਗਦੇ ਰਹੇ ਕਿ ਜਿੰਦਾਬਾਦ ਦੇ। ਪਰ ਅੱਜ ਉਹ 10 ਲੱਖ ਬੰਦਾ ਹੈ ਕਿੱਥੇ ਆ? ਇਹ ਵੀ ਸੋਚੀ ਵਾਲੀ ਗੱਲ ਹੈ। ਜੇ ਅਸੀਂ ਉਹਨਾਂ ਨੂੰ ਜਥੇਦਾਰ ਥਾਪਿਆ ਸੀਗਾ, ਫਿਰ ਐਸੀ ਕੋਈ ਕੌਮ ਮੈਨੂੰ ਸਾਰੀ ਦੁਨੀਆ 'ਚ ਦਿਖਾਓ ਕਿ ਜਿਹਦੇ ਕੌਮ ਦਾ ਜਥੇਦਾਰ ਅੰਦਰ ਹੋਵੇ, ਜੇਲ੍ਹ 'ਚ ਹੋਵੇ, ਤੇ ਅਸੀਂ ਘਰਾਂ 'ਚ ਬੈਠੇ ਹੋਈਏ। ਘੱਟੋ ਘੱਟ ਉਹਨਾਂ ਦੇ ਇਨਸਾਫ ਲਈ ਤਾਂ ਲੜੀਏ ਨਾ। ਆਪਾਂ ਕੋਰਟਾਂ 'ਚ ਜਿਹੜਾ ਫੈਸਲਾ ਹੋਣਾ ਚਾਹੀਦਾ ਉਹਦੇ ਲਈ ਤਾਂ ਲੜ ਸਕਦੇ ਹਾਂ, ਉਹਨਾਂ ਲਈ ਤਾਂ ਗੱਲ ਪੁੱਛ ਸਕਦੇ ਹਾਂ। ਅਸੀਂ ਇਕੱਲੇ ਕੋਲ ਨਹੀਂ ਜਾ ਸਕਦੇ। ਤੁਹਾਡੇ ਕੋਲ ਲੀਡਰਸ ਆਉਂਦੇ ਨੇ, ਲੋਕਾਂ ਨੂੰ ਬੇਨਤੀ ਹੈ ਕਿ ਉਹਨਾਂ ਕੋਲ ਲੋਕ ਆਉਂਦੇ ਨੇ, ਉਹ ਪੁੱਛਣ ਵੀ ਸਾਡਾ ਜਥੇਦਾਰ ਅੰਦਰ ਹੈ ਯਾਰ, ਤੁਸੀਂ ਬਾਹਰ ਕਿਉਂ ਨਹੀਂ ਕਢਾਉਂਦੇ? ਤੁਹਾਨੂੰ ਅਸੀਂ MLA ਬਣਾ ਕੇ ਇਸ ਕਰਕੇ ਭੇਜਿਆ, ਤੁਸੀਂ ਵਾਅਦੇ ਕਰਕੇ ਗਏ ਸੀ ਕਿ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ, ਤੁਹਾਡਾ ਜਥੇਦਾਰ ਬਾਹਰ ਲੈ ਕੇ ਆਵਾਂਗੇ, ਹੁਣ ਕਿਉਂ ਨਹੀਂ ਲੈ ਕੇ ਆਉਂਦੇ? ਇਹ ਡਿਊਟੀ ਬਣਦੀ ਹੈ ਲੋਕਾਂ ਦੀ, ਉਹਦੇ ਰਾਈਟ ਲਈ ਲੜਨਾ। ਜੇ ਉਹਨਾਂ ਨੇ ਤੁਹਾਡੇ ਪੁੱਤਾਂ ਲਈ ਇਹ ਸਟੈਪ ਲਿਆ ਸੀ, ਜੇ ਉਦੋਂ ਉਹ ਸਟੈਪ ਨਾ ਲੈਂਦੇ ਮੇ ਵੀ ਅੱਜ ਅੱਧੇ ਪਿੰਡਾਂ 'ਚ ਨੌਜਵਾਨ ਨਹੀਂ ਹੋਣੇ ਸੀਗੇ। ਉਹ ਦਿਨ ਵੀ ਯਾਦ ਕਰੋ ਜਦੋਂ ਕਈ ਮਾਝੇ ਦੇ ਪਿੰਡ ਸੀ ਜਿੱਥੇ ਨੌਜਵਾਨੀ ਖਤਮ ਹੀ ਹੋ ਗਈ ਸੀਗੀ। 2015 'ਚ ਪਹਿਲੀ ਬਰਾਤ ਚੜ੍ਹੀ ਉਸ ਤੋਂ ਬਾਅਦ। ਸੋ ਇਹਨਾਂ ਗੱਲਾਂ ਨੂੰ ਗੌਰ ਕਰਨਾ ਚਾਹੀਦਾ। ਭੁੱਲਣਾ, ਲੋਕ ਇਹ ਸ਼ਾਰਟ ਮੈਮਰੀ ਕਹਿੰਦੇ ਹੁੰਦੇ ਆ ਕਿ ਪਬਲਿਕ ਦੀ ਲੋਕਾਂ ਦੀ ਸ਼ਾਰਟ ਮੈਮਰੀ ਆ, ਖਤਮ ਜਿਵੇਂ ਸਮਾਂ ਜਾਂਦਾ ਲੋਕ ਭੁੱਲ ਜਾਂਦੇ ਆ।
ਪਰ ਉਹ ਕਦੀ ਕਦੀ ਕੁਝ ਗੱਲਾਂ ਹੁੰਦੀਆਂ ਜਿਨ੍ਹਾਂ ਨੂੰ ਭੁੱਲਣਾ ਨਹੀਂ ਚਾਹੀਦਾ, ਯਾਦ ਰੱਖਣਾ ਚਾਹੀਦਾ ਕਿ ਸਾਡੇ ਲਈ ਇਹ ਕੀਤਾ ਕਿਉਂ ਗਿਆ ਸੀਗਾ। ਬਿਲਕੁਲ ਭਾਜੀ, ਇੱਥੇ ਇਹ ਵੀ ਹੈ ਕਿ ਇਹ ਵੀ ਗੱਲ ਆਪਾਂ ਸੋਚਦੇ ਕਿ ਕਿਤੇ ਨਾ ਕਿਤੇ ਆਪਣੇ ਵਜੂਦ ਵੱਲ ਮੁੜ ਕੇ ਆਉਣ ਦੀ ਲੋੜ ਹੈਗੀ। ਜੇ ਗੱਲ ਕਰ ਲਈਏ, ਸਰਕਾਰਾਂ ਕਈ ਤਰ੍ਹਾਂ ਦੀਆਂ ਦੇਖ ਲਈਆਂ, ਸਭ ਤੋਂ ਵੱਡੀ ਬਦਲਾਅ ਵਾਲੀ ਸਰਕਾਰ ਵੀ ਦੇਖ ਲਈ, ਉਹ ਵੀ ਤੁਹਾਡਾ ਕੋਈ ਨਹੀਂ ਸਵਾਰ ਸਕੀ ਹੈਗੀ ਆ। ਫਿਰ ਅਸੀਂ ਜੇ ਪੁਰਾਣੇ ਇਤਿਹਾਸ ਵੱਲ ਝਾਤ ਮਾਰੀਏ ਤਾਂ ਆਪਣਾ ਖਾਲਸਾ ਰਾਜ ਜੋ ਰਿਹਾ ਹੈਗਾ ਆ ਜਾਂ ਸਿੱਖਾਂ ਦਾ ਸਮਾਂ ਰਿਹਾ, ਸਭ ਤੋਂ ਵੱਧ ਉੱਚ ਆਪਾਂ ਸੇਫ ਆ, ਸਾਡੀ ਨੌਜਵਾਨੀ ਸੇਫ ਆ, ਤਾਂ ਅਸੀਂ ਉੱਧਰ ਮੁੜ ਕਿਉਂ ਨਹੀਂ ਜਾਂਦੇ ਹੈਗੇ ਆ? ਉਹਦੇ ਬਾਰੇ ਕਿਉਂ ਨਹੀਂ ਸੋਚਦੇ ਹੈਗੇ? ਦੇਖੋ, ਜਿਹੜਾ ਖਾਲਸਾ ਰਾਜ ਹੈ ਉਹਦਾ ਸਭ ਤੋਂ ਵੱਡਾ ਐਗਜ਼ਾਮਪਲ ਦਿੱਤਾ ਜਾਂਦਾ। ਉਦੋਂ ਕੋਈ ਜਾਣਾ, ਮਤਲਬ ਲੋਕ ਇੱਥੋਂ ਤੱਕ ਸੁਣਨ ਨੂੰ ਜਿਵੇਂ ਪੜ੍ਹਨ ਨੂੰ ਮਿਲਦਾ ਕਿ ਲੋਕ ਆਪਦੇ ਘਰਾਂ 'ਚ ਜਿੰਦਰੇ ਤੱਕ ਨਹੀਂ ਲਾਉਂਦੇ ਹੁੰਦੇ ਸੀਗੇ, ਕੋਈ ਚੋਰੀ ਨਹੀਂ ਹੁੰਦੀ ਸੀਗੀ, ਕੋਈ ਮਰਡਰ ਨਹੀਂ ਹੁੰਦਾ ਸੀ, ਕੋਈ ਰੇਪ ਨਹੀਂ ਹੁੰਦਾ ਸੀਗਾ, ਕੋਈ ਐਸਾ ਕੰਮ ਨਹੀਂ ਹੁੰਦਾ ਸੀ ਜਿਸ 'ਚ ਸਜ਼ਾ ਸੁਣੇ, ਜੇਲ੍ਹਾਂ ਖਾਲੀ ਪਈਆਂ ਹੁੰਦੀਆਂ ਸੀਗੀਆਂ। ਉਹ ਇੱਕ ਭਾਈਚਾਰੇ ਨਾਲ ਬਿਲਟ ਕੀਤਾ ਗਿਆ ਸੀਗਾ। ਇਹ ਚੀਜ਼ ਨਹੀਂ ਲੋਕਾਂ 'ਚ ਕ੍ਰੀਏਟ ਕੀਤੀ ਗਈ ਸੀ ਯਾਰ ਇਹ ਹਿੰਦੂ ਆ, ਇਹ ਪੰਜਾਬੀ ਆ, ਇਹ ਸਿੱਖ ਆ, ਜਾਂ ਇਹ ਈਸਾਈ ਆ, ਜਾਂ ਇਹ ਮੁਸਲਮਾਨ ਆ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਐਸਾ ਮਤਲਬ ਕ੍ਰੀਏਟ ਕੀਤਾ ਸੀ ਆਪਦਾ ਉੱਥੇ ਜਦੋਂ ਰਾਜ ਚੱਲ ਰਿਹਾ ਸੀਗਾ, ਜਿਸ 'ਚ ਸਾਰੇ ਇੱਕ ਸਮਾਨ ਸੀ, ਜਿਹਦਾ ਜੋ ਹੱਕ ਸੀ ਉਹਨੂੰ ਮਿਲਦਾ ਹੁੰਦਾ ਸੀਗਾ। ਐਸੀਆਂ ਸਰਕਾਰਾਂ ਜੋ ਅੱਜ ਸਿਰਫ ਆਪਦੇ ਫਾਇਦੇ ਲਈ, ਇਲੈਕਸ਼ਨ ਲਈ ਇਹ ਚੀਜ਼ਾਂ ਕ੍ਰੀਏਟ ਕਰ ਰਹੀਆਂ ਨੇ ਕਿ ਇਹ ਮੁਸਲਮਾਨ ਨੇ, ਇਹ ਹਿੰਦੂ ਆ, ਇਹ ਸਿੱਖ ਆ, ਮਿਨੋਰਟੀਜ਼ ਨਾਲ ਧੱਕਾ ਹੋ ਰਿਹਾ ਹੈ ਜਾਂ ਕੁਝ ਵੀ ਆ, ਜੋ ਕਰਦਾ ਹੈ ਉਹਦੇ ਲਈ ਉਹਨੂੰ ਸਜ਼ਾ ਮਿਲਦੀ ਹੈ। ਉਹਦੇ ਲਈ ਕਨਸਟੀਟਿਊਸ਼ਨ ਹੈਗਾ ਤੁਹਾਡੇ ਕੋਲ ਅਦਾਲਤਾਂ ਹੈਗੀਆਂ, ਪਰ ਅਦਾਲਤਾਂ ਦਾ ਮਤਲਬ ਹੈ ਕਿ ਤੁਸੀਂ ਉਹਨੂੰ ਇੰਡੀਪੈਂਡੈਂਟ ਰੱਖੋ, ਅਦਾਲਤਾਂ 'ਚ ਇੰਟਰਫੇਅਰ ਨਾ ਕਰੋ। ਤੁਸੀਂ ਤਾਂ ਅਦਾਲਤਾਂ 'ਚ ਵੀ ਇੰਟਰਫੇਅਰ ਕਰਨ ਲੱਗ ਪਏ, ਜੋ ਜਿਵੇਂ ਤੁਸੀਂ ਚਾਹੁੰਦੇ ਹੋ ਉਵੇਂ ਅਦਾਲਤਾਂ ਕਰੀ ਜਾਂਦੀਆਂ। ਮੈਜਿਸਟ੍ਰੇਟਸ ਵਿਚਾਰੇ ਇੰਨੀ ਪਾਵਰ ਘਟਾਈ ਪਈ ਆ, ਉਹਨਾਂ ਨੂੰ ਡਰਾਈ ਜਾਂਦੇ ਵਿਚਾਰਿਆਂ ਨੂੰ ਕਿ ਉਹ ਕੰਮ ਹੀ ਨਹੀਂ ਕਰਦੇ। ਉਹਨਾਂ ਨੂੰ ਕੋਈ ਵੀ ਇੰਸਪੈਕਟਰ ਤਾਂ ਕਹਿ ਦਿੰਦਾ ਕਿ ਤੁਸੀਂ ਥੱਲੇ ਆਣ ਕੇ ਚੈੱਕ ਕਰ ਲਓ ਮੁਜਰਮ ਨੂੰ, ਕਿਉਂਕਿ ਉਸ ਨੂੰ ਥੱਲੇ ਜਾ ਕੇ ਚੈੱਕ ਕਰੋ, ਅਦਾਲਤ 'ਚ ਪੇਸ਼ ਨਹੀਂ ਕਰਦੇ। ਇਹ ਉਹ ਗੱਲਾਂ ਨੇ ਜਿਹੜੀਆਂ ਅਸੀਂ ਆਪ ਰੋਜ਼ ਦੇਖਦੇ ਹਾਂ, ਜਦੋਂ ਕੇਸ 'ਚ ਕਿਸੇ ਨੂੰ ਪੇਸ਼ ਕਰਦੇ ਆ ਤੇ ਮੈਜਿਸਟ੍ਰੇਟ ਨੂੰ ਥੱਲੇ ਲੈ ਜਾਂਦੇ ਆ। ਸੋ ਇਹਨਾਂ ਗੱਲਾਂ ਨੂੰ ਅਸੀਂ ਆਪ ਦੇਖਦੇ ਹਾਂ। ਜਦੋਂ ਐਸਾ ਰਾਜ ਬੋਲਦੇ ਹਾਂ ਅਸੀਂ, ਰਾਜ ਵਾਕਈ ਐਸਾ ਹੋਣਾ ਚਾਹੀਦਾ। ਜੇ ਸਿੱਖ ਰਾਜ ਦੀ ਗੱਲ ਕਰ ਲਈ, ਉਹ ਚੰਗਾ ਰਾਜ ਸੀ ਤਾਂ ਉਹਦੀ ਐਗਜ਼ਾਮਪਲ ਦਿੱਤੀ ਜਾਂਦੀ ਹੈ। ਇਸ ਕਰਕੇ ਜਿਹੜਾ ਅੱਜ ਦਾ ਰਾਜ ਚੱਲ ਰਿਹਾ, ਜੋ ਅੱਜ ਸਟੇਟਾਂ ਨੇ, ਜੇ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਸੀਗੇ ਤੇ ਸੀਐਮ ਜਿਹੜਾ ਹੁੰਦਾ ਪੰਜਾਬ ਦਾ ਇੱਕ ਮਤਲਬ ਮੇਨ ਜਿਹੜਾ ਸਭ ਤੋਂ ਕਹਿ ਦਈਏ ਕਿ ਸਰਪ੍ਰਸਤ ਹੁੰਦਾ ਪੰਜਾਬ ਦਾ, ਉਹਦੇ ਕੋਲ ਸਾਰੀਆਂ ਪਾਵਰਸ ਨੇ, ਉਹਦੇ ਥੱਲੇ ਸਾਰੇ ਡੀਸੀ ਨੇ, ਆਈਜੀ ਨੇ, ਡੀਆਈਜੀ ਨੇ, ਸਾਰਾ ਕੁਝ ਉਹਦੇ ਥੱਲੇ ਆ, ਉਹ ਕੁਝ ਵੀ ਕਰ ਸਕਦਾ। ਪਰ ਉਹ ਕਿਉਂ ਨਹੀਂ ਕਰ ਰਹੇ? ਨਸ਼ਾ ਖਤਮ ਕਰਨਾ ਕੋਈ ਵੱਡੀ ਗੱਲ ਥੋੜ੍ਹਾ ਹੈ, ਪਰ ਇਹ ਹੈ ਕਿ ਉਹ ਖਤਮ ਹੋ ਕਿਉਂ ਨਹੀਂ ਰਿਹਾ? ਕਿਉਂਕਿ ਆਪਦੇ ਘਰ ਖਤਮ ਨਹੀਂ ਹੋ ਜਾਂਦੇ, ਪੈਸਾ ਜਿਹੜਾ ਸਰਕਲ ਹੈ ਉਹ ਖਤਮ ਕਿਉਂ ਨਹੀਂ? ਮਤਲਬ ਮੇਰਾ ਸਵਾਲ ਹੋਈ ਸੀ ਕਿ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਜੇ ਐਡਾ ਵੱਡਾ ਬਦਲਾਅ ਲਿਆ ਕੇ ਵੀ ਸਾਰਾ ਸਿਸਟਮ ਨਹੀਂ ਸਹੀ ਹੋ ਰਿਹਾ, ਨੌਜਵਾਨੀ ਬਾਹਰ ਜਾਣੀ ਨਹੀਂ ਬੰਦ ਹੋ ਰਹੀ, ਨਸ਼ਾ ਨਹੀਂ ਖਤਮ ਹੋ ਰਿਹਾ, ਪਾਣੀਆਂ ਦੇ ਮਸਲੇ ਨਹੀਂ ਹੱਲ ਹੋ ਰਹੇ, ਜਾਂ ਪੰਜਾਬ ਵਿੱਚ ਕਿੰਨੇ ਮਸਲੇ ਹੈਗੇ ਆ, ਫਿਰ ਕਿਉਂ ਨਹੀਂ ਸਾਨੂੰ ਉਹ ਦੁਬਾਰਾ ਪਿੱਛੇ ਮੁੜ ਜਾਣਾ ਚਾਹੀਦਾ ਆ? ਇਹ ਦੁਨਿਆਵੀ ਜਿਹੜੇ ਰਾਜ ਆ ਜਾਂ ਜਿਹੜੀਆਂ ਸਰਕਾਰਾਂ ਜਾਂ ਜਿਹੜੀਆਂ ਲਾਰੇ ਲਾਦੀਆਂ, ਇਹਨਾਂ ਤੋਂ ਸਾਨੂੰ ਖਹਿੜਾ ਛਡਾ ਕੇ ਆਪਣੇ ਉਹ ਪੁਰਾਣੇ ਰਾਜ ਵੱਲ ਵਾਪਸੀ ਕਰ ਲੈਣੀ ਚਾਹੀਦੀ। ਦੇਖੋ, ਜੋ ਇਹ ਪੋਸੀਬਲ ਤਾਂ ਨਹੀਂ ਹੈਗਾ ਕਿ ਆਪਾਂ ਕਹਿ ਦਈਏ ਕਿ ਪੁਰਾਣੇ ਰਾਜ 'ਚ ਉਸ ਟਾਈਮ ਜੋ ਹਾਲਾਤ ਸੀਗੇ, ਉਸ ਤੋਂ ਪਹਿਲਾਂ ਆਪਾਂ ਪਿੱਛੇ ਚੱਲ ਜਾਈਏ ਤਾਂ ਉਦੋਂ ਹੋਰ ਤਰ੍ਹਾਂ ਦੇ ਰਾਜ ਹੁੰਦਾ ਸੀਗਾ। ਉਹ ਟਾਈਮ ਦੇ ਨਾਲ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਉਦੋਂ ਟਾਈਮ ਹੋਰ ਸੀਗਾ। ਪਰ ਮੈਂ ਉਹੀ ਗੱਲ ਕਹਿਣਾ ਚਾਹੁੰਦਾ ਕਿ ਜਦੋਂ ਅੱਜ ਦਾ ਜੋ ਢਾਂਚਾ ਹੈ, ਜੋ ਸਿਸਟਮ ਆ ਜੋ ਅੱਜ ਦਾ, ਉਹਦੇ 'ਚ ਸੀਐਮ ਪ੍ਰਮੁੱਖ ਆ ਸਟੇਟ ਵਾਸਤੇ, ਪੀਐਮ ਆ ਜਿਹੜਾ ਉਹ ਦੇਸ਼ ਲਈ ਆ ਇਸ ਟਾਈਮ, ਜੋ ਇੰਡੀਅਨ ਕਨਸਟੀਟਿਊਸ਼ਨ ਦੇ ਹਿਸਾਬ ਨਾਲ। ਇਹ ਸੀਐਮ ਦੀ ਅਥਾਰਟੀ ਬਣਦੀ ਆ, ਸੀਐਮ ਦੀ ਡਿਊਟੀਜ਼ ਬਣਦੀ ਹੈ ਕਿ ਆਪਦੀ ਸਟੇਟ ਨੂੰ ਅਸੀਂ ਰਾਜ ਕੈਸਾ ਦੇਣਾ। ਜੇ ਐਸਾ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ। ਅੱਜ ਇਹਨਾਂ ਕੋਲੇ ਸਾਰਾ ਕੁਝ ਸੀਗਾ, 92 ਐਮਐਲਏ ਸੀਗੇ, ਸਾਰੀ ਅਥਾਰਟੀ ਸੀ ਇਹਨਾਂ ਕੋਲੇ, ਸਭ ਕੁਝ ਥੱਲੇ। ਤੁਹਾਨੂੰ ਯਾਦ ਹੋਣਾ ਕਿ ਜਦੋਂ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਆਈ ਸੀਗੀ ਤਾਂ ਸੈਂਟਰ ਜਿਹੜੀ ਪੁਲਿਸ ਆ ਉਹ ਦਿੱਲੀ ਦੇ ਥੱਲੇ ਨਹੀਂ ਹੈਗੀ, ਐਲਜੀ ਥੱਲੇ ਸੀਗੀ। ਤਾਂ ਦਿੱਲੀ ਦੇ ਜਿਹੜੇ ਸੀਐਮ ਕੇਜਰੀਵਾਲ ਨੇ ਉਹ ਬਾਰ-ਬਾਰ ਐਗਜ਼ਾਮਪਲ ਦਿੰਦੇ ਹੁੰਦੇ ਪੰਜਾਬ 'ਚ ਆ ਕੇ ਕਿ ਤੁਸੀਂ ਸਾਨੂੰ ਪੂਰਨ ਜਿਹੜੀ ਆ ਉਹ ਦਿਓ, ਸਰਕਾਰ ਬਣਾਓ, ਇੱਥੇ ਬਹੁਮਤ ਸਾਨੂੰ ਦਿਓ, ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਆਲ ਓਵਰ ਇੰਡੀਆ 'ਚ। ਔਰ ਇਹ ਲੋਕਾਂ ਨੂੰ ਯਕੀਨ ਵੀ ਸੀਗਾ ਕਿ ਅਸੀਂ ਇਹ ਐਕਸਾ ਸਟੇਟ ਸੈਟਲ ਕਰਨਗੇ ਕਿ ਆਲ ਓਵਰ ਇੰਡੀਆ 'ਚ ਆਉਣਗੇ। ਪਰ ਇਹਨਾਂ ਨੇ ਪਤਾ ਨਹੀਂ, ਇਹਨਾਂ ਦੇ ਇਹ ਮਾੜੇ ਦਿਨ ਸੀਗੇ ਕਿ ਇਹਨਾਂ ਨੇ ਪੰਜਾਬ 'ਚ ਆ ਕੇ ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਕੀਤਾ ਹੀ ਨਹੀਂ। ਇੱਕ ਐਸੀ ਸਟੇਟ ਦੇਤੀ ਜਿਹਦੇ 'ਚ ਸਾਰਾ ਕੁਝ ਇਸ ਟਾਈਮ ਪਾਣੀ ਦਾ ਸਭ ਤੋਂ ਜ਼ਿਆਦਾ ਰੌਲਾ ਚੱਲ ਰਿਹਾ, ਸਟ੍ਰਾਈਕ ਸਭ ਤੋਂ ਜ਼ਿਆਦੀਆਂ ਇਸ ਟਾਈਮ ਹੋ ਰਹੀਆਂ, ਜਿਹੜੇ ਵਾਅਦੇ ਕੀਤੇ ਉਹ ਪੂਰੇ ਨਹੀਂ ਹੋ ਰਹੇ। ਹਾਂ, ਇਹ ਜ਼ਰੂਰ ਹੋ ਰਿਹਾ ਕਿ ਵਾਅਦੇ ਕਰਨ ਤੋਂ ਪਹਿਲਾਂ ਪੋਸਟਰ ਹਰ ਥਾਂ 'ਤੇ ਲੱਗ ਜਾਂਦੇ ਆ। ਜਿਹੜੇ ਵਾਅਦਿਆਂ ਦੇ, ਜਿਹੜੇ ਪੋਸਟਰਾਂ ਦੀ ਇਹ ਗੱਲਾਂ ਕਰਦੇ ਹੁੰਦੇ ਸੀ, ਮੈਨੂੰ ਅਜੇ ਵੀ ਯਾਦ ਆ ਕਿ ਸੰਗਰੂਰ ਦੇ ਵਿੱਚ
ਇਹਨਾਂ ਦੀ ਸਪੀਚ ਚੱਲ ਰਹੀ ਸੀ, ਭਗਵੰਤ ਮਾਨ ਸਾਹਿਬ ਦੇ ਉਦੋਂ MP ਸੀਗੇ, ਇਹ ਗੱਲਾਂ ਕਰਦੇ ਹੁੰਦੇ ਕਿ ਯਾਰ ਬੱਸਾਂ ਦੇ ਬਾਦਲ ਦੀਆਂ ਫੋਟੋਆਂ, ਖੰਭਿਆਂ ਦੇ ਬਾਦਲ ਦੀਆਂ ਫੋਟੋਆਂ, ਟੈਂਕ ਪਾਣੀ ਵਾਲੀ ਟੈਂਕੀ ਦੇ ਬਾਦਲ ਦੀਆਂ ਫੋਟੋਆਂ, ਤੇ ਇਹਨਾਂ ਨੇ ਇਹ ਵੀ ਬੋਲਿਆ ਜੀ, ਕਹਿੰਦੇ ਕਿ ਭਾਂਡਿਆਂ ਤੇ ਵੀ ਬਾਦਲ ਦੀਆਂ ਫੋਟੋਆਂ ਆਇਆ ਕਰਨੀਆਂ, ਤੇ ਜਿਹੜੀਆਂ ਔਰਤਾਂ ਆਇਆ ਕਰਨੀਆਂ ਘੁੰਡ ਕੱਢ ਕੇ ਭਾਂਡੇ ਮਾਂਜਿਆ ਕਰਨਗੀਆਂ। ਤੇ ਜੇ ਅਸੀਂ ਉਹ ਲੋਕਾਂ ਨੂੰ, ਉਹਨਾਂ ਬਜ਼ੁਰਗਾਂ ਨੂੰ, ਉਹ ਬਜ਼ੁਰਗ ਅਕਸਰ ਆਪਾਂ ਇਹ ਜੋ ਉਹਨਾਂ ਨੇ ਕੀਤਾ ਉਹ ਵੱਖਰੀ ਚੀਜ਼ ਆ, ਪਰ ਇੱਕ ਜਿਹੜਾ ਕਹਿੰਦੇ ਨਾ ਨੌਲੇਜ ਔਰ ਜਿਹੜੀ ਰਿਸਪੈਕਟ ਹੈ ਉਹ ਆਪਾਂ ਬਜ਼ੁਰਗਾਂ ਨੂੰ ਵੀ ਦਿੰਦੇ ਹਾਂ। ਕਰਨੀ ਵੱਖਰੀ ਆ, ਪਰ ਜਿਹੜਾ ਗੱਲ ਕਰਨੀ ਆ ਉਹਦਾ ਇੱਕ ਲਾਇਜ਼ਾ ਹੋਣਾ ਚਾਹੀਦਾ। ਤੁਸੀਂ ਇੱਕ ਲੀਡਰ ਨਾਲ ਜਾਂ ਇੱਕ ਆਪਦੇ ਉਮਰ ਤੋਂ ਵੱਡੇ ਨਾਲ, ਆਪਦੇ ਸੇਮ ਹਮ ਉਮਰ ਨੂੰ ਜੋ ਮਰਜ਼ੀ ਬੋਲੋ, ਅਸੀਂ ਉਸ ਚੀਜ਼ ਨੂੰ ਨਹੀਂ ਕਰਦੇ, ਪਰ ਉਹਨਾਂ ਨੂੰ ਇਹਨਾਂ ਨੇ ਅੱਜ ਤੁਸੀਂ ਕੀ ਕਰ ਰਹੇ ਹੋ? ਤੁਸੀਂ ਚੰਡੀਗੜ੍ਹ ਦੇ ਉਹ ਐਡਵਰਟਾਈਜ਼ਮੈਂਟ ਬੋਰਡਾਂ ਤੇ ਆਪਦੀਆਂ ਫੋਟੋਆਂ ਲਾਤੀਆਂ ਜਿੱਥੇ ਅਸੀਂ ਤਾਂ ਅਜੇ ਤੱਕ ਦੇਖੀਆਂ ਹੀ ਨਹੀਂ ਸੀਗੀਆਂ। ਉਹ ਕੋਈ ਐਸਾ ਮੁਹਾਲੀ ਚੱਲ ਜਾਓ, ਪੰਜਾਬ ਵੱਲ ਚੱਲ ਜਾਓ, ਕੋਈ ਐਸਾ ਖੰਭਾ ਨਹੀਂ ਜਿੱਥੇ ਤੁਹਾਡਾ ਪੋਸਟਰ ਨਹੀਂ ਹੈਗਾ, ਕੋਈ ਐਸੀ ਪਾਣੀ ਵਾਲੀ ਟੈਂਕੀ ਹੈ ਨਹੀਂ ਜਿੱਥੇ ਤੁਹਾਡਾ ਪੋਸਟਰ ਹੈ ਨਹੀਂ। ਜਿਹੜਾ ਸਾਲਾਨਾ ਕੈਲੰਡਰ ਆਉਂਦਾ ਉੱਥੇ ਹੱਲੇ ਤੱਕ ਮੈਂ ਆਪਣੇ ਦਰਬਾਰ ਸਾਹਿਬ ਦੀਆਂ ਜਾਂ ਜਿਹੜੇ 10 ਗੁਰੂ ਨੇ ਉਹਨਾਂ ਦੀਆਂ ਫੋਟੋਆਂ, ਸ਼ਾਇਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਆਪਾਂ ਫੋਟੋ ਦੇਖੀ ਸੀਗੀ। ਇਹ ਪਹਿਲੀ ਵਾਰੀ ਹੋਇਆ ਕਿ ਉਸ ਤੇ ਵੀ CM ਦੀ ਫੋਟੋ ਆ। ਜਿਹੜਾ ਕੋਈ ਪਿੰਡ ਚੱਲ ਜਾਓ ਉਹਦੇ ਬਾਹਰ CM ਦੀ ਫੋਟੋ ਆ, ਜੇ ਕਿਸੇ ਆਫਿਸ ਚੱਲ ਜਾਓ ਉਹਦੇ ਬਾਹਰ CM ਦੀ ਫੋਟੋ ਆ। ਕੋਈ ਐਸੀ ਥਾਂ ਨਹੀਂ ਹੈਗੀ ਜਿੱਥੇ CM ਦੀ ਫੋਟੋ ਨਹੀਂ ਹੈਗੀ। ਜੇ ਤੁਸੀਂ ਕੰਮ ਕਰ ਰਹੇ ਹੋ ਫਿਰ ਤੁਹਾਨੂੰ ਫੋਟੋਆਂ ਲਾਉਣ ਦੀ ਲੋੜ ਪੈ ਰਹੀ ਹੈ। ਮੈਂ 31000 ਨੌਕਰੀਆਂ ਦਿੱਤੀਆਂ ਕਿੱਥੇ ਆ? ਇਹ ਵੀ ਤਾਂ ਕਲੀਅਰ ਕਰੋ ਨਾ। ਜਦੋਂ ਪਬਲਿਕ 'ਚ ਚਲੇ ਜਾਂਦੇ ਆ ਉਦੋਂ ਉਹ ਕਹਿੰਦੇ ਸਾਨੂੰ ਤਾਂ ਮਿਲੀ ਨਹੀਂ ਕਿਸੇ ਨੂੰ। ਜੇ ਤੁਸੀਂ ਇਹ ਗੱਲ ਕਰਕੇ ਆਏ ਹੋ ਕਿ ਤੁਹਾਡਾ ਜਦੋਂ ਅਸੀਂ ਇਹ ਦੂਜਾ ਕੀ ਨਾਮ ਜੋ ਫਸਲ ਮਰਦੀ ਆ ਉਹਨੂੰ ਪੈਸਾ ਦੇਣਾ, ਉਹਦਾ ਕੋਈ ਰਿਕਾਰਡ ਨਹੀਂ ਚੈੱਕ ਕੀਤਾ ਜਾਊਗਾ, ਉਹਦਾ ਕੋਈ ਦੇਖਿਆ ਨਹੀਂ ਜਾਊਗਾ, ਸਿੱਧਾ ਉਹਨਾਂ ਨੂੰ ਪੈਸਾ ਮਿਲਿਆ ਕਰੂਗਾ ਤੇ ਉਹਨਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਆ ਜਾਣਗੇ। ਅੱਜ ਕਿੱਥੇ? ਅੱਜ ਪਟਵਾਰੀਆਂ ਕੋਲੇ ਲੋਕ ਧੱਕੇ ਖਾਈ ਜਾਂਦੇ ਨੇ। ਅੱਜ ਲੋਕ ਕੱਲੇ ਪਟਵਾਰੀ ਕੋਲ ਜਾ ਕੇ ਆਪਦਾ ਜਿਹੜਾ ਖਰਾਬਾ ਹੈ ਉਹਦਾ ਸਰਟੀਫਿਕੇਟ ਬਣਾਉਂਦੇ ਨੇ, ਫਿਰ ਉਸ ਤੋਂ ਬਾਅਦ ਖਰਾਬੇ ਮਿਲਦੇ ਨੇ। ਜ਼ਰੂਰ ਤੁਸੀਂ ਇੱਕ ਵਾਰੀ ਜਾ ਕੇ ਲੋਕਾਂ ਦੇ ਹੱਥਾਂ 'ਚ ਚੈੱਕ ਦੇ ਦਿੰਦੇ ਹੋ, ਉਹ ਪਤਾ ਨਹੀਂ ਕਲੀਅਰ ਹੁੰਦੇ ਆ ਕਿ ਨਹੀਂ ਹੁੰਦੇ, ਉਸ ਤੋਂ ਬਾਅਦ ਲੋਕਾਂ ਨੂੰ ਤੁਸੀਂ ਭੁੱਲ ਜਾਂਦੇ ਹੋ। ਬਾਕੀ ਵੀ ਤਾਂ ਸਟੇਟਾਂ ਹੈਗੀਆਂ, ਬਾਕੀ ਵੀ ਤਾਂ ਲੋਕ ਹੈਗੇ, ਉਹਨਾਂ ਦੇ ਖਰਾਬੇ ਜਿਹੜੇ ਹੋ ਰਹੇ ਉਹਨਾਂ ਨੂੰ ਕਿੱਥੇ ਜਾਣਾ ਸੀ? ਸੋ ਜਿਹੜਾ ਆਮ ਪਬਲਿਕ ਨਾਲ ਵਾਅਦੇ ਕਰਨੇ ਆ ਉਹਨਾਂ ਨੂੰ ਪੂਰਾ ਕਰਨਾ। ਪਰ ਇਹ ਜੇ ਆਪਾਂ ਇੱਕ ਹੋਰ ਦੇਖੀਏ ਕਿ ਇਹ ਲੀਡਰ ਦਾ ਜਿਵੇਂ ਕਹਿ ਦਈਏ ਕਿ ਇਹਨਾਂ ਨੇ ਆਪਦਾ ਹੱਕ ਹੀ ਸਮਝ ਲਿਆ ਕਿ ਵਾਅਦੇ ਕਰ ਦਿਓ, ਪੂਰੇ ਨਾ ਕਰੋ, ਚੱਲੀ ਜਾਂਦਾ, ਅਗਲੀ ਵਾਰੀ ਫੇਰ ਇਲੈਕਸ਼ਨ ਆਊਗਾ, ਫੇਰ ਜਿੱਤ ਲਾਂਗੇ। ਪਰ ਭਾਈ ਜਿੱਦਾਂ ਪੰਜਾਬ ਦੇ ਜਿਹੜੇ ਖਾਸ ਮੁੱਦੇ ਆ ਜਿਹੜੇ ਹੱਲ ਹੋਣੇ ਚਾਹੀਦੇ, ਉਹਨਾਂ ਨੂੰ ਲੈ ਕੇ ਤਾਂ ਜੋ ਹਾਲਾਤ ਆ ਪੰਜਾਬ ਸਰਕਾਰ ਦੇ ਜਾਂ ਆਮ ਆਦਮੀ ਪਾਰਟੀ ਦੇ ਕਿਤੇ ਨਾ ਕਿਤੇ ਬਿਲਕੁਲ ਫੇਲੀਅਰ ਹੀ ਨਜ਼ਰ ਆ ਰਿਹਾ ਹੈਗਾ ਆ ਨਾ। ਤੇ ਚਲੋ ਆਖਰੀ ਸਵਾਲ ਆ ਭਾਜੀ ਮੇਰਾ ਕਿ ਜਿਸ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰਾ ਉਹਨਾਂ ਦੀ ਇੱਧਰ ਪੰਜਾਬ ਦੀ ਜਿਹੜੀ ਜੇਲ੍ਹ ਵਿੱਚ ਲਿਆਉਣ ਦੀ ਗੱਲ ਚੱਲ ਰਹੀ ਆ, ਉਹਦੇ ਵਿੱਚ ਪੰਜਾਬ ਸਰਕਾਰ ਦਾ ਕੀ ਰੋਲ ਹੈਗਾ ਆ, ਤੇ ਜਾਂ ਇਹਦੇ ਵਿੱਚ ਪੰਜਾਬ ਸਰਕਾਰ ਕੀ ਕਰ ਸਕਦੀ ਕਿ ਜਿਹੜਾ ਉਹ ਨਹੀਂ ਕਰ ਪਾ ਰਹੀ ਹੈਗੀ ਜਾਂ ਨਹੀਂ ਕਰਨਾ ਚਾਹੁੰਦੀ? ਦੇਖੋ, ਪੰਜਾਬ ਸਰਕਾਰ ਦਾ ਬਹੁਤ ਵੱਡਾ ਰੋਲ ਹੈ। ਜਦੋਂ ਪਿਛਲੀ ਆਰਡਰ ਹੋਇਆ ਸੀਗਾ 10 ਅਗਸਤ ਦਾ ਸੀ ਆਈ ਥਿੰਕ, ਉਹਦੇ 'ਚ ਇਹ ਆਰਡਰ ਸੀਗਾ ਕਿ ਜਥੇਦਾਰ ਸਾਹਿਬ ਨੂੰ ਇਹ ਜੱਜ ਸਾਹਿਬ ਨੇ ਲਿਖਿਆ ਸੀ, ਇਨ ਆਲ ਸਿਚੁਏਸ਼ਨ ਅਕਿਊਜ਼ ਹੈਜ਼ ਟੂ ਬੀਨ ਪ੍ਰੋਡਿਊਸਡ ਇਨ ਦੀ ਕੋਰਟ। ਕਿਸੇ ਵੀ ਸਿਚੁਏਸ਼ਨ 'ਚ ਕੋਈ ਸਿਚੁਏਸ਼ਨ ਹੋਵੇ ਇੱਥੇ ਹੋਣੇ ਚਾਹੀਦੇ। ਉਹਦੇ 'ਚ ਕੁਛ ਨਹੀਂ ਸੀ, ਵਾਰੰਟ ਸੀਗੇ, ਸਿੱਧੇ ਜੇਲ੍ਹ 'ਚ ਜਾਣੇ ਸੀਗੇ, ਉੱਥੋਂ ਬੰਦਾ ਲੈ ਕੇ ਤੁਸੀਂ ਕੋਰਟ 'ਚ ਪੇਸ਼ ਕਰ ਦੇਣਾ ਸੀਗਾ। ਪੰਜਾਬ ਗੌਰਮੈਂਟ ਕੋਲੇ ਪੁਲਿਸ ਵੀ ਹੈ। ਜੇ ਗੈਂਗਸਟਰਸ ਨੂੰ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਲੈ ਕੇ ਜਾ ਸਕਦੇ ਹਾਂ, ਜਾਂ ਹੋਰ ਮੁਜਰਮ ਨੇ ਉਹਨਾਂ ਨੂੰ ਇੱਕ ਜੇਲ੍ਹਾਂ ਤੋਂ ਦੂਜੀਆਂ ਜੇਲ੍ਹਾਂ 'ਤੇ ਲੈ ਕੇ ਜਾ ਸਕਦੇ ਹਾਂ, ਫਿਰ ਅਸੀਂ ਇਹਨਾਂ ਨੂੰ ਕਿਉਂ ਨਹੀਂ ਲੈ ਕੇ ਆ ਸਕਦੇ? ਇਹਨਾਂ ਵਾਸਤੇ ਸਾਡੀ ਸਿਕਿਉਰਿਟੀ ਕਿਉਂ ਖਤਮ ਹੋ ਜਾਂਦੀ ਹੈ? ਪਬਲਿਕ ਖਤਮ ਹੋ ਜਾਂਦੀ ਹੈ। ਦੂਜੇ ਨਾਮ ਆਮ ਪਬਲਿਕ ਜਿਹੜੀ ਆਪਾਂ ਕਹਿ ਦਈਏ ਸਾਡੇ ਹਾਲਾਤ ਨੇ ਜਿਹੜੇ ਕਹਿ ਦਈਏ ਕਿ ਇਹ ਲਾਅ ਖਤਮ ਹੁੰਦਾ ਹੈ, ਸਿਚੁਏਸ਼ਨ ਖਰਾਬ ਹੁੰਦੀ ਹੈ, ਉਹ ਕਿਉਂ ਹੁੰਦੀ ਹੈ? ਜੇ ਸਭ ਤੋਂ ਜ਼ਿਆਦਾ ਸਿਕਿਉਰਿਟੀ ਤੁਸੀਂ ਆਪਦੇ ਵਾਸਤੇ ਰੱਖ ਸਕਦੇ ਹੋ, ਹਜੇ ਤੱਕ CM ਨੇ ਕਿਸੇ ਨੇ ਇੰਨੀ ਸਿਕਿਉਰਿਟੀ ਨਹੀਂ ਰੱਖੀ, ਆਪਦੇ ਪਰਿਵਾਰਿਕ ਮੈਂਬਰਾਂ ਵਾਸਤੇ ਰਖਾ ਸਕਦੇ ਹੋ, ਫਿਰ ਉਹਨਾਂ ਵਾਸਤੇ ਕਿਉਂ ਨਹੀਂ ਤੁਹਾਡੀ ਸਿਕਿਉਰਿਟੀ ਹੈਗੀ? ਸਿੱਧਾ ਜਿਹਾ ਇੱਕ ਪ੍ਰੋਸੈਸ ਹੈ, ਜਦੋਂ ਆਰਡਰ ਹੁੰਦਾ ਉਹਦੇ ਆਰਡਰ ਜਿਹੜੀ ਕਾਪੀ ਹੈ ਉਹ ਗਾਰਡ ਜਿਹੜੀ ਲੱਗਣੀ ਹੈ ਉਹ ਪੰਜਾਬ ਸਰਕਾਰ ਨੇ ਲਾ ਕੇ ਆਪਦੀ ਇੱਥੇ ਬੰਦਾ ਲੈ ਆਉਣਾ ਹੈ। ਸਿੱਧਾ ਸਿੰਪਲ ਪ੍ਰੋਸੈਸ ਹੈ। ਪਰ ਜੇ ਆਪਾਂ ਦੇਣੀਆਂ ਦੇਈ ਜਾਣੀਆਂ ਐਕਸਕਿਊਜ਼ਸ ਕਿ ਉੱਥੇ ਸਾਡੇ ਕੋਲ ਗਾਰਡ ਹੈ ਨਹੀਂ ਗੀ, ਜਾਂ ਸਿਕਿਉਰਿਟੀ ਰੀਜਨਸ ਨੇ, ਉਹਨਾਂ ਨੂੰ ਸ਼ਿਫਟ ਨਹੀਂ ਕਰ ਸਕਦੇ, ਉਹਨਾਂ ਨੂੰ ਜੇਲ੍ਹ ਕੋਈ ਲੈ ਨਹੀਂ ਰਹੀ, ਕੋਈ ਵੀ ਹੈ, ਇਹ ਐਸੇ ਰੀਜ਼ਨ ਦੇਣੇ ਆ, ਫਿਰ ਉਹ ਤਾਂ ਗਵਰਨਮੈਂਟ ਕੋਲੇ ਸਾਰੇ ਰੀਜ਼ਨਸ ਹੈਗੇ ਆ। ਜੇ ਆਪਾਂ ਕਹਿ ਦਈਏ ਕਿ ਪ੍ਰਸ਼ਾਸਨ ਦੇ ਹੱਕ 'ਚ ਆ, ਪ੍ਰਸ਼ਾਸਨ ਦੇ ਹੱਕ 'ਚ ਨਹੀਂ। ਜਦੋਂ ਸਰਕਾਰ ਦੇ ਇਹ ਪਤਾ ਹੈ, ਲੋਕਾਂ ਨੂੰ ਵੀ ਪਤਾ ਹੈ, ਜਦੋਂ ਸਰਕਾਰ ਨੇ ਕਹਿਤਾ ਲੈ ਕੇ ਆਉਣਾ ਤਾਂ ਸਾਰਾ ਕੁਝ ਆ ਜਾਂਦਾ। ਜੇ ਉਹਨਾਂ ਨੇ ਜਵਾਬ ਦੇਤਾ ਤਾਂ ਕੁਛ ਕਿਸੇ ਨੇ ਪੇਸ਼ ਨਹੀਂ ਕਰਨਾ, ਫਿਰ ਪ੍ਰਸ਼ਾਸਨ ਵੀ ਕਹਿਣਾ ਸਾਡੇ ਕੋਲੇ ਹੱਕ 'ਚ ਹੈ ਨਹੀਂ। ਜੀ ਬਹੁਤ ਬਹੁਤ ਧੰਨਵਾਦ ਜੀ ਤਮਾਮ ਜਾਣਕਾਰੀਆਂ ਲਈ। ਸੋ ਸਾਡੇ ਨਾਲ ਤਮਾਮ ਜਾਣਕਾਰੀਆਂ ਲੈ ਕੇ ਸਾਡੇ ਨਾਲ ਗੁਰਸ਼ਰਨ ਸਿੰਘ ਧਾਲੀਵਾਲ ਜੀ ਮੌਜੂਦ ਸੀਗੇ। ਕਾਫੀ ਸਾਰੀਆਂ ਗੱਲਾਂ ਕੀਤੀਆਂ ਪੰਜਾਬ ਸਰਕਾਰ ਦੇ ਨਾਲ ਸੰਬੰਧਿਤ, ਜੋ ਪੰਜਾਬ ਵਿੱਚ
ਚੱਲ ਰਿਹਾ ਹੈਗਾ ਹੈ। ਤੁਹਾਡੇ ਕੀ ਵਿਚਾਰ ਨੇ ਪੰਜਾਬ ਵਿੱਚ ਜੋ ਚੱਲ ਰਿਹਾ ਉਸ ਨੂੰ ਲੈ ਕੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।